ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭੁ, ਬਿਖਮ ਨਦੀ ਜਾਏ ਤਰਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ। ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ। ਗੁਰ ਕੈ ਭਾਣੈ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏਂਦਾ। ਆਪ ਸਰਿੰਦਾ ਸੱਚਾ ਸੋਈ, ਆਪ ਉਪਾਏ ਖਪਾਏ ਸੋਈ। ਗੁਰਮੁਖ ਹੋਵੈ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਂਦਾ। ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ। ਕਾਮ ਕ੍ਰੋਧ ਜਲੈ ਸਭ ਕੋਈ, ਸਤਿਗੁਰ ਸੇਵੇ ਮਨ ਵਸ ਆਵੈ। ਮਨ ਮਾਰੇ ਮਨਹਿ ਸਮਾਏਂਦਾ,
मेरा तेरा तुद आपे किया, सब तेरे जंत तेरे सब जिया। नानक नाम संभाल सदा तू, गुरमति मन वसाएंदा। मेरा तेरा तुद आपे किया, सब तेरे जंत तेरे सब जिया। नानक नाम संभाल सदा तू, गुरमति मन वसाएंदा। वाहिगुरु जी का खालसा, वाहिगुरु जी की फतेह। सतगुरां दी साजी निबाजी। गुरु रूप गुरु सवारे, खालसा साध संगत जीओ। आप जी बड़ भागे हो, जो दशमेश पिता गुरु कलगीधर सतगुरु, अमृत के दाते सर्वंस दानी, सहबे कमाल, धन धन साहिब श्री गुरु गोबिंद सिंह महाराज जी दी चरण छो धरती, महान पवित्र अस्थान गुरुद्वारा मंजी साहिब आलमगीर विखे अमृत वेले तो धन धन साहिब श्री गुरु ग्रंथ साहिब सच्चे सतगुरु जी दी पावन पवित्र निੱਘੀ गोद अंदर हाजरियाँ भर के सत संगत करके सतगुरु महाराज जी दियाँ खुशियाँ प्राप्त कर रहे हो। सहबां दे पावन दरबार दे विच अमृत वेले तो सजे हुए दीवाना विच आप जी ने हुणे ही सत्कारयोग गुरु घर दे कीर्तनिया पासों श्री आसा जी की वार दे कीर्तन श्रवण कीते हैं। सो आओ गुरु सवारियो, समा है जो चल रही लड़ीवार गुरबाणी दी कथा मारू राग दे विचों आप संगतां श्रवण करदियां आ रहीआं हन। गुरु पातशाह की किरपा सदका कल वाली विचार तक आप जी ने 12 बंदा तक विचार श्रवण की सी। अज सतगुरु महाराज 13वें बंद द्वारा सानू पावन उपदेश बख्शिश कर रहे हैं। आओ अपनिया मन बिरतियाँ एकाग्र करिए, ध्यान गुरु चरणां नाल जोड़ीए ते गुरु महाराज जी दे पावन उपदेश नूं हिरदियां विच वसा के अपना जीवन सफला करिए। करो सारे अपनी रसना पवित्र ते उचारण करो जी सतनाम श्री वाहिगुरु साहिब जी। निर्मल बाणी को मन वसाए, गुर प्रसादी सहसा जाए। धन धन साहिब श्री गुरु अमरदास पातशाह महाराज 1062 अंक ते साढ़े उत्ते बख्शिश कर रहे हैं। जगियासू जन पातशाह दे चरणां च सवाल करते हैं ते सतगुरु जी गुरबाणी दे राहीं उन्हां सवालों का उत्तर दे रहे हैं।
ਜਗਿਆਸੂ ਜਨਾਂ ਨੇ ਸਵਾਲ ਕੀਤਾ ਕਿ ਪਾਤਸ਼ਾਹ ਜੀ, ਜੀਵ ਦੇ ਅੰਦਰ ਜਿਹੜਾ ਸਹਿਮ ਪੈਦਾ ਹੋਇਆ ਹੈ, ਡਰ ਪੈਦਾ ਹੋਇਆ ਹੈ, ਇਹ ਡਰ ਜੀਵ ਦੇ ਅੰਦਰੋਂ ਕਿਵੇਂ ਖਤਮ ਹੋ ਸਕੇ। ਤੇ ਸਤਿਗੁਰੂ ਮਹਾਰਾਜ, ਕਿਉਂਕਿ ਜਿਹੜਾ ਡਰ ਹੈ ਜੀਵ ਨੂੰ ਬਹੁਤ ਸਤਾਉਂਦਾ ਹੈ। ਸਭ ਤੋਂ ਵੱਡਾ ਡਰ ਜੀਵ ਨੂੰ ਵਿਆਪਦਾ ਜੰਮਣ ਮਰਨ ਦਾ ਡਰ। ਸੰਸਾਰ 'ਚ ਵਿਚਰਦਿਆਂ ਹੋਇਆਂ, ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ, ਜੇਕਰ ਜੀਵ ਦੇ ਜੀਵਨ ਵਿੱਚੋਂ ਕੋਈ ਗਲਤੀ ਹੋਈ ਹੋਵੇ ਤੇ ਉਸ ਆਪਣੀ ਕੀਤੀ ਹੋਈ ਗਲਤੀ ਨੂੰ ਛੁਪਾਉਣ ਵਾਸਤੇ ਜੀਵ ਝੂਠ ਦਾ ਸਹਾਰਾ ਲੈਂਦਾ ਹੈ ਤੇ ਮਨ ਵਿੱਚ ਇਹ ਡਰ ਸਹਿਮ ਬਣਿਆ ਰਹਿੰਦਾ ਹੈ, ਕਿਤੇ ਜਿਹੜਾ ਮੇਰਾ ਇਹ ਪਾਜ ਹੈ ਇਹ ਦੁਨੀਆ ਦੇ ਵਿੱਚ ਉਗੜ ਨਾ ਜਾਵੇ। ਜਿਵੇਂ ਇੱਕ ਮਨੁੱਖ ਧਾਰਮਿਕ ਜੀਵਨ ਵਾਲਾ ਹੈ, ਧਾਰਮਿਕ ਦੁਨੀਆ 'ਚ ਵਿਚਰਦਾ ਹੈ ਤੇ ਜਾਣੇ ਅਣਜਾਣੇ ਵਿੱਚ ਉਹਦੇ ਪਾਸੋਂ ਕੋਈ ਗਲਤੀ ਹੋਈ ਹੋਵੇ ਤੇ ਉਹਨੂੰ ਸਾਰੀ ਜ਼ਿੰਦਗੀ ਫਿਰ ਡਰ ਖੌਫ ਰਹਿੰਦਾ ਹੈ ਕਿ ਕਿਤੇ ਮੇਰਾ ਜਿਹੜਾ ਇਹ ਮੇਰੇ ਤੋਂ ਜਿਹੜੀ ਗਲਤੀ ਹੋਈ ਹੈ ਇਹ ਦੁਨੀਆ ਤੱਕ ਮੇਰੀ ਜਿਹੜੀ ਗਲਤੀ ਕੀਤੀ ਹੋਈ ਗਲਤੀ ਪਹੁੰਚ ਗਈ, ਮੈਂ ਦੁਨੀਆ ਦੇ ਲੋਕਾਂ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਵਾਂਗਾ। ਇਸੇ ਤਰ੍ਹਾਂ ਰਾਜਨੀਤਿਕ ਲੋਕਾਂ ਦੀ ਹਾਲਤ ਵੀ ਇਹੋ ਜਿਹੀ ਹੁੰਦੀ ਹੈ। ਸਮਾਜ ਵਿੱਚ ਵਿਚਰਦਿਆਂ ਸਮਾਜਿਕ ਲੋਕਾਂ ਦੀ ਵੀ ਇਹੀ ਹਾਲਤ ਹੁੰਦੀ ਹੈ। ਉਹਨਾਂ ਦੇ ਅੰਦਰ ਹੀ ਇਸ ਤਰ੍ਹਾਂ ਡਰ ਵਿਆਪਦਾ, ਸਹਿਮ ਵਿਆਪਦਾ ਹੈ। ਪਰ ਇੱਕ ਪਰਮੇਸ਼ਰ ਤੇ ਗੁਰੂ ਸਾਹਿਬਾਨ ਜੀ ਐਸੇ ਨੇ ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਭੈ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਮੋਹਰ ਲਾ ਦਿੱਤੀ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਕਿ ਭੈ ਕਾਹੂ ਕੋ ਦੇਤ ਨਹਿ, ਨਹਿ ਪਹਿ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜਿਹਦਾ ਜੀਵਨ ਇਹੋ ਜਿਹਾ ਹੋਵੇ, ਨਾ ਕਿਸੇ ਨੂੰ ਡਰ ਦਵੇ, ਭੈ ਦਵੇ, ਨਾ ਕਿਸੇ ਦਾ ਭੈ ਮੰਨੇ, ਇਹੋ ਜਿਹੀ ਅਵਸਥਾ ਤੱਕ ਪਹੁੰਚ ਜਾਂਦਾ ਹੈ, ਉਸ ਜੀਵ ਨੂੰ ਫਿਰ ਗਿਆਨੀ ਤਾਹੇ ਬਖਾਨ, ਗਿਆਨਵਾਨ ਪੁਰਸ਼ ਆਖਿਆ ਜਾਂਦਾ ਹੈ। ਹੁਣ ਗਿਆਨਵਾਨ ਪੁਰਸ਼ ਤੋਂ ਭਾਵੇਂ ਨਹੀਂ ਕਿ 4 ਕਿਤਾਬਾਂ ਪੜ੍ਹ ਕੇ ਸੁਣਾ ਦਿੱਤੀਆਂ, ਉਹ ਗਿਆਨ ਦੀ ਪਾਤਸ਼ਾਹ ਇੱਥੇ ਗੱਲ ਨਹੀਂ ਕਰ ਰਹੇ ਹਨ। ਸਤਿਗੁਰੂ ਜੀ ਤਾਂ ਉਸ ਗਿਆਨ ਦੀ ਗੱਲ ਕਰਦੇ ਨੇ ਜਿਹੜਾ ਅੰਤਰੀਵ ਗਿਆਨ ਹੈ, ਜਿਸ ਗਿਆਨ ਦੇ ਰਾਹੀਂ ਜੀਵ ਦੇ ਅੰਦਰ ਅਨੁਭਵ ਪ੍ਰਕਾਸ਼ ਹੁੰਦਾ ਹੈ, ਜਿਹੜਾ ਆਪਣੇ ਆਪ ਦੀ ਸੋਝੀ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ ਕਿ ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਾਹਦੇ ਲਈ ਆਇਆ ਹਾਂ ਤੇ ਕਰ ਕੀ ਰਿਹਾ ਹਾਂ। ਜਦੋਂ ਇਹ ਗਿਆਨ ਹੋ ਗਿਆ ਫਿਰ ਉਹ ਜੀਵ ਅਸਲ ਵਿੱਚ ਗਿਆਨਵਾਨ ਪੁਰਸ਼ ਹੈ। ਉਸ ਜੀਵ ਦੇ ਅੰਦਰੋਂ ਫਿਰ ਮੌਤ ਦਾ ਡਰ, ਸਹਿਮ, ਭੈ ਖਤਮ ਹੋ ਜਾਂਦਾ ਹੈ। ਫਿਰ ਉਹ ਕਹਿੰਦੇ ਉਹ ਜੀਵ ਫਿਰ ਭਗਤ ਕਬੀਰ ਸਾਹਿਬਾਨ ਜੀ ਵਾਂਗ ਇਸ ਤਰ੍ਹਾਂ ਬਚਨ ਕਰਦਾ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਫਿਰ ਉਹ ਜੀਵ ਕਹਿੰਦਾ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਹੋ ਜਿਹੀ ਅਵਸਥਾ ਦਾ ਫਿਰ ਉਹ ਧਾਰਨੀ ਬਣ ਜਾਂਦਾ ਹੈ। ਅਤੇ ਸਤਿਗੁਰੂ ਮਹਾਰਾਜ ਇੱਥੇ ਇਹੀ ਬਚਨ ਕਰ ਰਹੇ ਨੇ, ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ,
ਤੇ ਉਹ ਗੁਰੂ ਦੀ ਪ੍ਰਸਾਦ ਕਿਰਪਾ ਦੇ ਰਾਹੀਂ ਉਹਨਾਂ ਦੇ ਅੰਦਰ ਕਹਿੰਦੇ ਜਿਹੜਾ ਸਹਿਮ ਹੈ, ਸਹਿਸਾ ਸਹਿਮ ਹੈ, ਇਹ ਜਾਏ ਚਲਿਆ ਜਾਂਦਾ ਹੈ। ਪਰ ਜਾਂਦਾ ਕਦੋਂ ਹੈ? ਜਦੋਂ ਨਿਰਮਲ ਬਾਣੀ ਕੋ ਮਨ ਵਸਾਏ। ਸਤਿਗੁਰਾਂ ਦੀ ਬਾਣੀ ਕੀ ਹੈ? ਨਿਰਮਲ, ਜਿਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਏ। ਨਿਰਮਲ ਬਾਣੀ, ਕੋਈ ਇੱਕ ਅੱਧਾ ਹੀ ਹੈ, ਕਹਿੰਦੇ ਕੋਈ ਜੀਵ ਕਹਿੰਦੇ ਆਪਣੇ ਮਨ 'ਚ ਵਸਾ ਲਵੇ ਨਾ, ਫਿਰ ਉਹਦੇ ਅੰਦਰੋਂ ਗੁਰੂ ਦੀ ਕਿਰਪਾ ਦੇ ਰਾਹੀਂ ਜਿਹੜਾ ਸਹਿਮ ਹੈ ਖਤਮ ਹੁੰਦਾ ਹੈ। ਹੁਣ ਬਾਣੀ ਨੂੰ ਆਪਣੇ ਮਨ ਵਿੱਚ ਆਪਾਂ ਕਿਵੇਂ ਵਸਾਉਣਾ ਹੈ, ਇਹ ਸਵਾਲ ਹੈ। ਪੜ੍ਹਦੇ ਆਪਾਂ ਸਾਰੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਨਿਤਨੇਮ ਸਾਰੇ ਕਰਦੇ ਨੇ, ਪਰ ਮਨ ਦੇ ਵਿੱਚ ਨਹੀਂ ਵਸ ਰਹੀ। ਕਿਉਂ ਨਹੀਂ ਵਸ ਰਹੀ ਹੈ? ਕਾਰਨ ਕੀ ਹੈ? ਕਿਉਂਕਿ ਆਪਾਂ ਪੜ੍ਹਨ ਤੱਕ ਸੀਮਤ ਹਾਂ। ਜਦੋਂ ਤੱਕ ਆਪਾਂ ਬਾਣੀ ਨੂੰ ਆਪਾਂ ਪੜ੍ਹ ਕੇ ਨਾਲ ਵਾਚਦੇ ਨਹੀਂ ਨਾ, ਵਿਚਾਰਦੇ ਨਹੀਂ, ਉਦੋਂ ਤੱਕ ਸਾਨੂੰ ਸਾਡੇ ਹਿਰਦੇ ਅੰਦਰ ਇਹ ਬਾਣੀ ਜਿਹੜੀ ਹੈ ਵਸ ਨਹੀਂ ਸਕਦੀ ਹੈ। ਜਿਵੇਂ ਆਪਾਂ ਨਿੱਤ ਦਾ ਨਿਯਮ ਨਿਭਾਉਂਦੇ ਹਾਂ, ਗੁਰਸਿੱਖ ਲਈ ਜ਼ਰੂਰੀ ਹੈ ਨਿੱਤ ਦਾ ਨਿਯਮ ਨਿਭਾਉਣਾ, ਅਤੇ ਬਾਣੀ ਪੜ੍ਹਦਿਆਂ ਸਮੇਂ ਕੋਸ਼ਿਸ਼ ਕਰੀਏ ਕਿ ਨਿੱਤ ਦਾ ਨਿਯਮ ਆਪਾਂ ਅਰਥਾਂ ਦੇ ਸਹਿਤ ਪੜ੍ਹੀਏ। ਹੁਣ ਅਰਥਾਂ ਦੇ ਸਹਿਤ ਕਈ ਕਹਿ ਸਾਡੇ ਕੋਲ ਸਮਾਂ ਮਸਾਂ ਨਿਕਲਦਾ, ਅਸੀਂ ਕਿਵੇਂ ਪੜ੍ਹ ਲਈਏ? ਸਾਰਾ ਦਿਨ ਕੰਮ ਧੰਦੇ 'ਚ ਲੱਗ ਜਾਂਦਾ ਹੈ। ਦੇਖੋ, ਜਿਵੇਂ ਇੱਕ ਜਪਜੀ ਸਾਹਿਬ ਦਾ ਪਾਠ ਆਪਾਂ ਕੀਤਾ, 38 ਪੌੜੀਆਂ ਜਪਜੀ ਸਾਹਿਬ ਦੀਆਂ ਹਨ। ਜੇ ਆਪਾਂ ਇੱਕ ਦੋ ਪੌੜੀਆਂ ਰੋਜ਼ਾਨਾ ਅਰਥਾਂ ਦੇ ਸਹਿਤ ਕਰ ਲਈਏ ਅਤੇ ਬਾਕੀ ਬਾਣੀ ਇਸੇ ਤਰ੍ਹਾਂ ਪੜ੍ਹ ਲਈਏ, ਅਤੇ ਦੋ ਪੌੜੀਆਂ ਆਪਾਂ ਪੜ੍ਹਨ ਲੱਗੇ ਅਤੇ ਗੁਰੂ ਸਵਾਰਿਓ 18-19 ਦਿਨਾਂ ਵਿੱਚ ਸਾਨੂੰ ਜਪਜੀ ਸਾਹਿਬ ਦੇ ਅਰਥਾਂ ਦਾ ਪਤਾ ਲੱਗ ਜਾਵੇਗਾ। ਇਸੇ ਤਰ੍ਹਾਂ ਫਿਰ ਜਾਪ ਸਾਹਿਬ ਦੀ ਪਾਵਨ ਬਾਣੀ ਹੈ, 199 ਪੌੜੀਆਂ ਨੇ, ਅਤੇ ਆਪਾਂ 5-5, 10-10 ਪੌੜੀਆਂ ਜਾਂ 2-2, 4-4 ਪੌੜੀਆਂ ਪੜ੍ਹੀਏ, ਇਹ ਵੀ ਆਪਾਂ ਗੁਰੂ ਸਰ ਮਹੀਨੇ ਦੇ ਵਿੱਚ ਜਾਂ 1.5 ਮਹੀਨੇ ਵਿੱਚ ਸਾਨੂੰ ਜਾਪ ਸਾਹਿਬ ਦੇ ਅਰਥਾਂ ਦਾ ਪਤਾ ਲੱਗ ਜਾਵੇਗਾ। ਇਸੇ ਤਰ੍ਹਾਂ ਆਪਾਂ ਬਾਣੀ ਨੂੰ ਪੜ੍ਹ ਸਕਦੇ ਹਾਂ। ਜਦੋਂ ਸਾਨੂੰ ਅਰਥਾਂ ਦਾ ਪਤਾ ਲੱਗ ਗਿਆ, ਅਰਥਾਂ ਦੀ ਸਮਝ ਆ ਗਈ, ਅਤੇ ਬਾਣੀ ਪੜ੍ਹਦੇ ਹਾਂ ਫਿਰ ਸਾਡੀ ਜਿਹੜੀ ਬਾਣੀ ਨੂੰ ਪੜ੍ਹਦੇ ਹਾਂ, ਮੁੱਖੋਂ ਆਪਾਂ ਪੜ੍ਹਦੇ ਹਾਂ ਕਿ ਪ੍ਰਭ ਕਾ ਸਿਮਰਨ ਗਰਭ ਨ ਵਸੈ, ਪ੍ਰਭ ਕਾ ਸਿਮਰਨ ਦੂਖ ਜਮ ਨਸੈ, ਪ੍ਰਭ ਕਾ ਸਿਮਰਨ ਕਾਲ ਪ੍ਰਹਰੈ, ਪ੍ਰਭ ਕਾ ਸਿਮਰਨ ਦੁਸ਼ਮਨ ਟਰੈ। ਫਿਰ ਇਹ ਬਾਣੀ ਜਦੋਂ ਸਾਨੂੰ ਅਰਥਾਂ ਦਾ ਪਤਾ ਲੱਗੇਗਾ, ਆਪਾਂ ਕਹਾਂਗੇ ਕਿ ਸਤਿਗੁਰੂ ਜੀ ਕਹਿ ਰਹੇ ਨੇ ਕਿ ਪ੍ਰਭੂ ਦਾ ਸਿਮਰਨ ਕਰਕੇ ਜੀਵ ਮਾਤਾ ਦੇ ਗਰਭ ਵਿੱਚ ਨਹੀਂ ਆਉਂਦਾ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ ਕਰਨਾ ਸਾਰੇ ਦੁੱਖ ਚਲੇ ਜਾਂਦੇ ਨੇ, ਜਮਾਂ ਦਾ ਡਰ ਭੈ ਖਤਮ ਹੋ ਜਾਂਦਾ ਹੈ। ਅਤੇ ਜਦੋਂ ਬਾਣੀ ਦੇ ਅਰਥ ਪੜ੍ਹਾਂਗੇ, ਫਿਰ ਹੀ ਗੁਰੂ ਸਵਰੇ ਸਾਨੂੰ ਅਰਥਾਂ ਦੇ ਸਹਿਤ ਜਦੋਂ ਬਾਣੀ ਪੜ੍ਹਦੇ ਜਾਵਾਂਗੇ, ਫਿਰ ਬਾਣੀ ਹੌਲੀ ਹੌਲੀ ਸਾਡੇ ਮਨ ਵਿੱਚ ਬਸਦੀ ਜਾਵੇਗੀ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਬਾਣੀ ਪੜ੍ਹਨੀ ਹੈ, ਅਤੇ ਬਾਣੀ ਦਾ ਪੜ੍ਹਨ ਦਾ ਤਰੀਕਾ ਜਿੱਥੇ ਤਾਂ ਇਹ ਜਿਵੇਂ ਅਰਥਾਂ ਦੇ ਸਤ ਬਾਣੀ ਪੜ੍ਹਨੀ ਹੈ, ਉੱਥੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕੰਨਾਂ ਦੇ ਨਾਲ ਇਸ ਧੁਨੀ ਨੂੰ ਆਪਾਂ ਸੁਣਨਾ ਵੀ ਹੈ। ਮੁੱਖੋਂ ਆਪਾਂ ਬਾਣੀ ਪੜ੍ਹ ਰਹੇ ਹਾਂ, ਮੁੱਖੋਂ ਵਾਹਿਗੁਰੂ ਆਖ ਰਹੇ ਹਾਂ, ਮੁੱਖੋਂ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ। ਜਾਪ ਕਰਦਿਆਂ ਹੋਇਆਂ ਅਸੀਂ ਕੰਨਾਂ ਦੇ ਰਾਹੀਂ ਸੁਣਨਾ, ਜਿਵੇਂ ਆਖਿਆ ਇੱਕ ਓਅੰਕਾਰ, ਇਹ ਧੁਨੀ ਹੋ ਗਈ। ਇੱਕ ਓਅੰਕਾਰ ਆਖਿਆ, ਧੁਨੀ ਬਣ ਗਈ, ਅਤੇ ਇਸ ਧੁਨੀ ਨੂੰ ਆਪਾਂ ਸੁਣਨਾ ਹੈ ਕੰਨਾਂ ਦੇ ਰਾਹੀਂ। ਫਿਰ ਜਦੋਂ ਆਪਾਂ ਸੁਣਦੇ ਜਾਵਾਂਗੇ, ਇਸੇ ਤਰ੍ਹਾਂ ਸਾਰੀ ਬਾਣੀ ਇਸ ਤਰੀਕੇ ਨਾਲ ਪੜ੍ਹਾਂਗੇ, ਜਿਹੜਾ ਸਾਡਾ ਮਨ ਇੱਧਰ ਉੱਧਰ ਦੌੜਿਆ ਭੱਜਿਆ ਫਿਰਦਾ ਨਾ, ਹੌਲੀ ਹੌਲੀ ਮਨ ਉਹ ਕੇਂਦਰਿਤ ਹੋ ਕੇ ਬੈਠ ਜਾਵੇਗਾ, ਟਿਕ ਕੇ ਬੈਠ ਜਾਵੇਗਾ, ਅਤੇ ਫਿਰ ਇਹ ਜਿਹੜੀ ਬਾਣੀ ਹੈ ਇਹ ਸਾਡੇ ਮਨ ਵਿੱਚ ਆ ਕੇ ਵਸ ਜਾਵੇਗੀ। ਜਿਸ ਬਾਣੀ ਨੂੰ ਸਤਿਗੁਰੂ ਕਹਿੰਦੇ ਇਹ ਬਾਣੀ ਧੁਰੋਂ ਦਰਗਾਹੋਂ ਆਈ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ
ਕਹਿੰਦੇ ਨੇ ਜਿਸ ਜੀਵ ਦੇ ਹਿਰਦੇ ਦੇ ਅੰਦਰ ਸਾਹਿਬਾਂ ਦੀ ਬਾਣੀ ਦਾ ਵਾਸਾ ਹੋ ਜਾਂਦਾ ਹੈ ਉਹ ਬਾਕੀ ਜੀਵ ਜਿਹੜਾ ਨਿਰਮਲ ਭੋਗ ਵਾਲਾ ਬਣ ਜਾਂਦਾ ਹੈ। ਉਹਦੇ ਉੱਤੇ ਫਿਰ ਮਾਲਕ ਦੀਆਂ ਬੜੀਆਂ ਬਖਸ਼ਾਂ ਹੁੰਦੀਆਂ ਨੇ। ਭਾਈ ਗੁਰਦਾਸ ਜੀ ਦਾ ਫਰਮਾਨ ਕਹਿੰਦੇ ਨੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਜੈਸੇ ਬਾਰ ਬਾਂਧੇ ਹੁੰਡੀ ਲਾਗਤ ਨ ਭਾਰ ਕਛ ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਭ ਵਿਦ ਕਰੇ ਬਿਰਖਾ ਵਿਸਥਾਰ ਜੀ। ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਹਿੰਦੇ ਜਿਵੇਂ ਹੀਰਾ ਹੱਥ ਵਿੱਚ ਛੋਟਾ ਜਿਹਾ ਦੇਖਣ ਨੂੰ ਛੋਟਾ ਜਿਹਾ ਹੁੰਦਾ, ਪਰ ਜਦੋਂ ਉਸ ਹੀਰੇ ਦਾ ਜੋਹਰੀ ਪਾਸੋਂ ਜਾ ਕੇ ਮੁੱਲ ਪਾਇਆ ਜਾਂਦਾ ਨਾ, ਤੇ ਮੁੱਲ ਪਿਆ ਤੇ ਫਿਰ ਜਿਸ ਜੀਵ ਨੇ ਹੀਰੇ ਨੂੰ ਵੇਚਿਆ, ਹੀਰੇ ਨੂੰ ਵੇਚ ਕੇ ਫਿਰ ਉਹਦੇ ਮੋਲ ਕੀਏ ਦਮਕਨ ਭਰਤ ਭੰਡਾਰ ਜੀ, ਭੰਡਾਰੇ ਭਰ ਜਾਂਦੇ ਨੇ। ਤੇ ਇਸੇ ਤਰ੍ਹਾਂ ਗੁਰੂ ਸਵਾਰਿਓ ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਆ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੁੱਪ ਕਰ ਯਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ। ਇੱਕ ਇੱਕ ਜਿਹੜਾ ਸਤਿਗੁਰ ਦਾ ਸ਼ਬਦ ਹੈ, ਸ਼ਬਦ ਵਿੱਚ ਪਾਤਸ਼ਾਹ ਨੇ ਇਹ ਜਿਹੜਾ ਸ਼ਬਦ ਦੇਖਣ ਨੂੰ ਪੰਕਤੀਆਂ ਛੋਟੀਆਂ ਛੋਟੀਆਂ ਪੰਕਤੀਆਂ ਵੀ ਹਨ, ਵੱਡੀਆਂ ਵੀ ਹਨ, ਤੇ ਇੱਕ ਇੱਕ ਅੱਖਰ ਦੀ ਆਪਾਂ ਜਦੋਂ ਵਿਚਾਰ ਕਰੀਏ ਗੁਰੂ ਸਵਾਰਿਓ, ਇੱਕ ਇੱਕ ਪੰਕਤੀ ਦੀ ਵਿਚਾਰ ਕਰੀਏ, ਜਿਵੇਂ ਹੀਰੇ ਨੂੰ ਵੇਚ ਕੇ ਭੰਡਾਰੇ ਭਰ ਜਾਂਦੇ ਨੇ ਨਾ, ਇਸੇ ਤਰ੍ਹਾਂ ਗੁਰੂ ਸਵਾਰਿਓ ਸਾਡਾ ਅੰਤःਕਰਣ ਨਾਮ ਜਲ ਦੇ ਨਾਲ ਭਰ ਜਾਂਦਾ ਹੈ। ਜਦੋਂ ਵਿਚਾਰ ਸਾਡੇ ਹਿਰਦੇ ਅੰਦਰ ਵਸੇਗੀ, ਉਸ ਵਿਚਾਰ ਦੇ ਰਾਹੀਂ ਸਾਡਾ ਹਿਰਦਾ ਜਿਹੜਾ ਖਿੜ ਜਾਵੇ, ਹਰਿਆ ਭਰਿਆ ਹੋ ਜਾਵੇਗਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਹੁੰਡੀ ਕੀਤੀ ਜਾਂਦੀ ਹੈ ਤੇ ਕਾਗਜ਼ ਉੱਤੇ ਹੁੰਡੀ ਕਰ ਦਿੱਤੀ, ਤੇ ਉਹ ਹੁੰਡੀ ਜਦੋਂ ਇੱਥੋਂ ਜਾ ਕੇ ਦੂਜੀ ਥਾਂ 'ਤੇ ਜਾਂਦਾ ਏ ਤੇ ਜੀਵ ਦੇ ਉੱਥੇ ਵੀ ਭੰਡਾਰੇ ਭਰ ਜਾਂਦੇ ਨੇ। ਤੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿਣ ਦਾ ਭਾਵ ਹੈ ਕਿ ਬਾਣੀ ਵਿੱਚ ਇੰਨੀ ਤਾਕਤ ਹੈ, ਜਿਹੜਾ ਬਾਣੀ ਦੇ ਨਾਲ ਜੁੜ ਗਿਆ ਤੇ ਬਾਣੀ ਨਾਲ ਜੁੜ ਕੇ ਗੁਰੂ ਸਵਾਰਿਓ ਉਹਦਾ ਜੀਵ ਦਾ ਜਿਹੜਾ ਜੀਵਨ ਹੈ ਹਰਿਆ ਭਰਿਆ ਹੋ ਜਾਂਦਾ। ਜੀਵ ਨੂੰ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ ਹੈ। ਦੇਖੋ ਪਾਕਿਸਤਾਨ ਦਾ ਰਾਸ਼ਟਰਪਤੀ ਹੋਇਆ ਯਕੂਬ ਖਾਨ, ਉਹਦੇ ਜੀਵਨ ਦੀ ਇੱਕ ਘਟਨਾ ਹੈ। ਕਹਿੰਦੇ ਨੇ ਇੱਕ ਮਨੁੱਖ ਇੰਡੀਆ ਤੋਂ ਪਾਕਿਸਤਾਨ ਗਿਆ, ਭਾਈ ਉੱਤਮ ਸਿੰਘ ਜੀ, ਉਹਨੂੰ ਮੌਕਾ ਮਿਲਿਆ ਰਾਸ਼ਟਰਪਤੀ ਨਾਲ ਮਿਲਾਪ ਕਰਨ ਦਾ। ਜਦੋਂ ਉਹ ਰਾਸ਼ਟਰਪਤੀ ਦੇ ਘਰ ਵਿੱਚ ਪਹੁੰਚਿਆ, ਡਰਾਇੰਗ ਰੂਮ ਵਿੱਚ ਬੈਠਿਆ, ਤੇ ਸਾਹਮਣੇ ਕੀ ਦੇਖਦਾ ਕਿ ਉਰਦੂ ਵਿੱਚ ਤੇ ਪੰਜਾਬੀ ਦੇ ਵਿੱਚ ਇੱਕ ਬਹੁਤ ਵੱਡੀ ਤਸਵੀਰ ਹੈ, ਜਿਹਦੇ ਉੱਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਮੂਲ ਮੰਤਰ ਲਿਖਿਆ ਹੋਇਆ। ਮੂਲ ਮੰਤਰ ਦੇਖਿਆ, ਹੁਣ ਸਿੱਖ ਸੀ, ਹੈਰਾਨ ਹੋ ਗਿਆ ਕਿ ਇੱਕ ਮੁਸਲਮਾਨ ਦੇ ਘਰ ਮੂਲ ਮੰਤਰ ਦੀ ਬਾਣੀ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ। ਕਹਿੰਦੇ ਨੇ ਉਸ ਰਾਸ਼ਟਰਪਤੀ ਕੋਲ ਲੋਕ ਬੈਠੇ ਸਨ, ਕੋਈ ਆ ਰਿਹਾ ਸੀ, ਜਾ ਰਿਹਾ ਸੀ। ਜੋ ਸਾਰੇ ਚਲੇ ਗਏ, ਸਮਾਂ ਪਾ ਕੇ ਉਹਨੂੰ ਪੁੱਛਣਾ ਕੀਤਾ, ਕਹਿਣ ਲੱਗੇ ਕਿ ਤੁਸੀਂ ਇਸਲਾਮ ਧਰਮ ਵਿੱਚ ਹੋ, ਤੁਸੀਂ ਇਸਲਾਮ ਧਾਰਨ ਕੀਤਾ, ਮੁਸਲਮਾਨ ਹੋ, ਪਰ ਤੁਸੀਂ ਆਪਣੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਪਾਵਨ ਬਾਣੀ ਮੂਲ ਮੰਤਰ ਲਾਇਆ ਹੈ, ਇਹ ਕਾਰਨ ਕੀ ਹੈ? ਜਿਵੇਂ ਉਹਨਾਂ ਲਿਖਣਾ ਕੀਤਾ, ਕਹਿੰਦੇ ਉਸ ਸਮੇਂ ਉਹ ਦੱਸ ਰਿਹਾ ਸੀ ਕਿ ਇਸੇ ਹੀ ਮੂਲ ਮੰਤਰ ਕਰਕੇ ਹੀ
ਅੱਜ ਮੈਂ ਇੱਥੋਂ ਤੱਕ ਪਹੁੰਚਿਆ ਹਾਂ। ਯਕੂਬ ਖਾਂ ਤੇ ਕਹਿਣ ਲੱਗਿਆ ਕਿਵੇਂ? ਕਹਿਣ ਲੱਗਿਆ ਜਦੋਂ ਮੈਂ ਬਚਪਨ ਵਿੱਚ ਮੈਂ ਪਾਠਸ਼ਾਲਾ ਵਿੱਚ ਪੜ੍ਹਨ ਜਾਂਦਾ ਸੀ, ਮੈਨੂੰ ਪੜ੍ਹਾਈ ਨਹੀਂ ਆਉਂਦੀ ਸੀ, ਮੈਂ ਬੜਾ ਨਲਾਇਕ ਸੀ ਤੇ ਮੇਰੇ ਮਨ 'ਚ ਇਹ ਡਰ ਬਣਿਆ ਰਹਿਣਾ ਕਿ ਜਦੋਂ ਮੈਂ ਸਕੂਲ ਜਾਵਾਂਗਾ ਮੇਰੇ ਟੀਚਰ ਪਾਸੋਂ, ਅਧਿਆਪਕ ਪਾਸੋਂ ਮੈਨੂੰ ਮਾਰ ਪਵੇਗੀ। ਤੇ ਨਿੱਤਾ ਪ੍ਰਤੀ ਮੈਂ ਮਾਰ ਖਾਂਦਾ ਸੀ। ਕਹਿਣ ਲੱਗਿਆ ਇੱਕ ਦਿਨ ਮੇਰੇ ਅਧਿਆਪਕ ਨੇ ਮੈਨੂੰ ਸਿਲੇਬਸ ਦੇਣਾ ਕੀਤਾ ਕਿ ਇਹ ਚੇਤੇ ਕਰਕੇ ਆਉਣਾ ਹੈ, ਪਰ ਮੈਨੂੰ ਚੇਤੇ ਨਹੀਂ, ਯਾਦ ਨਹੀਂ ਹੋਇਆ। ਤੇ ਉਸ ਦਿਨ ਮੈਂ ਪਾਠਸ਼ਾਲਾ ਵਿੱਚ ਨਹੀਂ ਪਹੁੰਚਿਆ, ਮੈਂ ਘਰੋਂ ਤੁਰ ਪਿਆ ਤੇ ਰਾਹ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਤੇ ਗੁਰਦੁਆਰੇ ਸਾਹਿਬ ਜਾ ਕੇ ਮੈਂ ਬੈਠ ਗਿਆ। ਜਦੋਂ ਗੁਰਦੁਆਰਾ ਸਾਹਿਬ ਬੈਠਿਆ, ਉੱਥੋਂ ਦੇ ਜੋ ਗ੍ਰੰਥੀ ਸਿੰਘ ਸਨ, ਵਧੀਆ ਸੁਭਾਅ ਵਾਲੇ ਸਨ, ਮਿੱਠ ਬੋਲੜੇ ਸਨ, ਤੇ ਮੈਨੂੰ ਬੈਠੇ ਹੋਏ ਨੂੰ ਦੇਖਿਆ ਤੇ ਕਹਿਣ ਲੱਗੇ, ਯਕੂਬਿਆ ਕੀ ਗੱਲ ਹੈ, ਅੱਜ ਤੂੰ ਸਕੂਲ ਨਹੀਂ ਗਿਆ, ਪਾਠਸ਼ਾਲਾ ਵਿੱਚ ਨਹੀਂ ਪਹੁੰਚਿਆ? ਤੇ ਕਹਿਣ ਲੱਗੇ ਕਿ ਉਦੋਂ ਮੈਂ ਸਾਰੀ ਗਾਥਾ ਦੱਸੀ ਕਿ ਮੇਰੇ ਮਾਰ ਪੈਂਦੀ ਹੈ, ਮੈਨੂੰ ਕੁਝ ਚੇਤੇ ਨਹੀਂ ਆਉਂਦਾ ਹੈ, ਜਿਸ ਕਰਕੇ ਡਰਦਾ ਹੋਇਆ ਅੱਜ ਮੈਂ ਸਕੂਲ ਨਹੀਂ ਗਿਆ। ਤੇ ਕਹਿੰਦੇ ਨੇ ਉਸ ਸਮੇਂ ਗ੍ਰੰਥੀ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦਾ ਮੂਲ ਮੰਤਰ ਜੋ ਸਾਡਾ ਮੁੱਢ ਹੈ, ਤੇ ਇਹ ਮੂਲ ਮੰਤਰ ਯਕੂਬ ਖਾਂ ਨੂੰ ਯਾਦ ਕਰਵਾਇਆ। 10-15 ਵਾਰੀ ਪੜ੍ਹਾਇਆ ਤੇ ਚੇਤੇ ਹੋ ਗਿਆ। ਕਹਿਣ ਲੱਗੇ, ਯਕੂਬਿਆ ਯਾਦ ਰੱਖਣਾ, ਜਦੋਂ ਘਰੋਂ ਤੁਰਨਾ ਸਕੂਲ ਵਾਸਤੇ ਤੇ ਮੂਲ ਮੰਤਰ ਦਾ ਪਾਠ ਕਰਦੇ ਜਾਣਾ, ਜਦੋਂ ਸਕੂਲ ਵਿੱਚੋਂ ਵਾਪਸ ਆਉਣਾ ਪੜ੍ਹਾਈ ਕਰਕੇ ਫਿਰ ਮੂਲ ਮੰਤਰ ਦਾ ਪਾਠ ਕਰਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨਗੇ, ਤੇਰੇ ਮਾਰ ਨਹੀਂ ਪਵੇਗੀ। ਕਹਿਣ ਲੱਗਿਆ ਕਿ ਮੈਂ ਇਸੇ ਤਰ੍ਹਾਂ ਹੀ ਸਕੂਲ ਜਾਣ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰਨ ਲੱਗ ਪਿਆ ਤੇ ਇਸ ਤਰ੍ਹਾਂ ਰਾਹ ਵਿੱਚ ਜਾਣਾ, ਤੁਰਦਿਆਂ ਹੋਇਆਂ ਜਾਪ ਕਰਦੇ ਜਾਣਾ। ਜਦੋਂ ਪਹਿਲੀ ਵਾਰੀ ਮੈਂ ਸਕੂਲ ਵਿੱਚ, ਮੇਰੇ ਮਨ 'ਚ ਇਹ ਡਰ ਸੀ ਕਿ ਮੇਰਾ ਅਧਿਆਪਕ, ਮੇਰਾ ਟੀਚਰ ਮੈਨੂੰ ਮਾਰੇਗਾ, ਪਰ ਜਦੋਂ ਮੈਂ ਅੰਦਰ ਪਹੁੰਚਿਆ ਮੇਰੇ ਟੀਚਰ ਨੇ ਮੈਨੂੰ ਬੜਾ ਪਿਆਰ ਕਰਨਾ ਕੀਤਾ, ਬੜੇ ਪਿਆਰ ਨਾਲ ਕੋਲ ਬਿਠਾਇਆ ਤੇ ਮੈਨੂੰ ਸਮਝਾਇਆ, ਸਾਰਾ ਜੋ ਸਿਲੇਬਸ ਸੀ ਹੋਮਵਰਕ ਸਮਝਾਉਣਾ ਕੀਤਾ। ਤੇ ਮੇਰੇ ਮਨ 'ਚ ਇਸ ਤਰ੍ਹਾਂ ਜਦੋਂ ਉਹਨਾਂ ਨੇ ਸਮਝਾਉਣਾ ਕੀਤਾ, ਉਹ ਸਮਝਾਇਆ ਹੋਇਆ ਮੇਰੇ ਅੰਦਰ ਵਸ ਗਿਆ। ਕਹਿਣ ਲੱਗਿਆ ਕਿ ਇਸ ਤਰ੍ਹਾਂ ਫਿਰ ਮੈਨੂੰ ਮਾਰ ਪੈਣੀ ਬੰਦ ਹੋ ਗਈ ਤੇ ਸਮਾਂ ਲੰਘਿਆ। ਜਿੱਥੇ ਮੈਨੂੰ ਪਾਸ ਹੋਣਾ ਬੜਾ ਔਖਾ ਹੁੰਦਾ ਸੀ, ਮੈਂ ਚੰਗੇ ਨੰਬਰਾਂ ਵਿੱਚ ਪਾਸ ਹੋਇਆ ਤੇ ਉਦੋਂ ਦਾ ਫਿਰ ਮੈਂ ਇਸੇ ਹੀ ਮੰਤਰ ਦਾ ਅੱਜ ਤੱਕ ਜਾਪ ਕਰਦਾ ਹਾਂ। ਜਿਹੜੀ ਅੱਜ ਮੈਨੂੰ ਇਹ ਵਡਿਆਈ ਮਿਲੀ ਹੈ, ਮੈਂ ਦੇਸ਼ ਦਾ ਰਾਸ਼ਟਰਪਤੀ ਬਣਿਆ ਹਾਂ, ਕਹਿਣ ਲੱਗਿਆ ਕਿ ਇਸੇ ਹੀ ਮੂਲ ਮੰਤਰ ਦੀ ਵਜ੍ਹਾ ਦੇ ਨਾਲ ਬਣਿਆ ਹਾਂ। ਗੁਰੂ ਨਾਨਕ ਦੀ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਇਹ ਵਡਿਆਈ ਮਿਲੀ ਹੈ। ਸੋ ਗੁਰੂ ਸਬਾਰੇ ਇੱਕ ਗੈਰ ਮਜ਼ਹਬ ਵਾਲਾ, ਇਸਲਾਮ ਧਰਮ ਨੂੰ ਧਾਰਨ ਵਾਲਾ ਇੱਕ ਮੁਸਲਮਾਨ, ਉਹ ਸਤਿਗੁਰਾਂ ਦੀ ਬਾਣੀ ਤੋਂ ਐਡਾ ਵੱਡਾ ਫਾਇਦਾ ਲੈ ਸਕਦਾ, ਲਾਹਾ ਲੈ ਸਕਦਾ ਏ। ਤੇ ਆਪਾਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਆਪਾਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਮੰਨਣ ਵਾਲੇ ਹਾਂ। ਸਾਡਾ ਤਾਂ ਗੁਰੂ, ਸਾਡਾ ਇਸ਼ਟ, ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਜੇ ਗੈਰ ਧਰਮ ਵਾਲੇ ਲਾਹਾ ਲੈ ਸਕਦੇ ਨੇ ਤੇ ਆਪਾਂ ਕਿਉਂ ਨਹੀਂ ਲਾਹਾ ਲੈ ਸਕਦੇ ਹਾਂ? ਤੇ ਲਾਹਾ ਸਾਨੂੰ ਵੀ ਪ੍ਰਾਪਤ ਹੋ ਸਕਦਾ। ਗੱਲ ਕੀ ਹੈ? ਸਤਿਗੁਰਾਂ ਦੀ ਬਾਣੀ ਉੱਤੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ। ਬਾਣੀ ਪੜ੍ਹ ਰਹੇ ਹਾਂ, ਭਰੋਸਾ ਹੋਣਾ ਚਾਹੀਦਾ ਤੇ ਭਰੋਸੇ ਦੇ ਨਾਲ ਹੀ ਇਸੇ ਫਿਰ ਬੇੜੀ ਜਿਹੜੀ ਹੈ ਪਾਰ ਹੁੰਦੀ ਹੈ। ਦੇਖੋ, ਬਹੁਤ ਸਾਰੇ ਇਤਿਹਾਸਕ ਹਵਾਲੇ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਜਿਸ ਨੇ ਗੁਰਬਾਣੀ ਉੱਤੇ ਭਰੋਸਾ ਕੀਤਾ, ਵਿਸ਼ਵਾਸ ਕੀਤਾ, ਤੇ ਉਹਦੇ ਉੱਤੇ ਸਤਿਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਹੈ।
ਭਾਈ ਪਾਰੋ ਜੁਲਕਾ ਪਰਮਹੰਸ ਜੀ ਉਪਾਧੀ, ਜਿਹਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੋਂ ਪ੍ਰਾਪਤ ਹੋਈ ਸੀ। ਆਪ ਜੀ ਸਾਰੇ ਇਤਿਹਾਸ ਤੋਂ ਭਲੀ ਪਤ ਜਾਣੂ ਕਿ ਨੇਤਾ ਪ੍ਰਤੀ ਹੀ ਗੋਇੰਦਵਾਲ ਡੱਲੇ ਪਿੰਡ ਦੇ ਰਹਿਣ ਵਾਲੇ ਨੇ, ਅਤੇ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਵਾਹਿਗੁਰੂ ਡੱਲੇ ਪਿੰਡ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੇ, ਫਿਰ ਵਾਪਸ ਮੁੜ ਕੇ ਆ ਜਾਂਦੇ। ਇਹ ਜਿਹੜਾ ਦਰਿਆ ਬਿਆਸਾ ਦਰਿਆ ਵਗਦਾ, ਉਹਨੂੰ ਪਾਰ ਕਰਨਾ, ਵਾਪਸ ਆ ਜਾਣਾ। ਇੱਕ ਦਿਨ ਕਹਿੰਦੇ ਨੇ ਬਹੁਤ ਸਾਰੀ ਸ਼ਾਹੀ ਜਿਹੜੀ ਫੌਜ ਸੀ, ਉਹਦਾ ਸੈਨਾਪਤੀ ਆਪਣੀ ਸੈਨਾ ਲੈ ਕੇ ਖਲੋਤਾ ਸੀ। ਇਹ ਸੋਚ ਰਿਹਾ ਸੀ ਕਿ ਜਦੋਂ ਇਸ ਬਿਆਸਾ ਨਦੀ ਦਾ ਪਾਣੀ ਘਟੇਗਾ, ਫਿਰ ਅਸੀਂ ਨਦੀ ਪਾਰ ਕਰਕੇ ਲਾਹੌਰ ਨੂੰ ਜਾਵਾਂਗੇ। ਉਡੀਕ ਕਰ ਰਿਹਾ। ਉੱਧਰੋਂ ਗੁਰੂ ਸਵਾਰੇ ਭਾਈ ਪਾਰੋ ਪਰਮਹੰਸ ਜੀ ਆਏ, ਘੋੜੇ ਉੱਤੇ ਸਵਾਰ ਹਨ, ਅਤੇ ਰਾਵੀ ਰਾਵੀ ਗੁਰੂ ਸਵਾਰੇ ਇਸ ਤਰ੍ਹਾਂ ਘੋੜਾ ਜਿਹੜਾ ਹੈ ਨਦੀ 'ਚ ਵੜਿਆ, ਅਤੇ ਨਦੀ ਨੂੰ ਪਾਰ ਕਰਕੇ ਭਾਈ ਸਾਹਿਬ ਜੀ ਚਲੇ ਗਏ। ਅਤੇ ਦੇਖ ਕੇ ਬੜਾ ਹੈਰਾਨ ਜਰਨੈਲ ਕਿ ਹੱਦ ਹੋ ਗਈ, ਇੰਨਾ ਡੂੰਘਾ ਪਾਣੀ ਅਤੇ ਘੋੜਾ ਡੁੱਬਿਆ ਨਹੀਂ। ਇਹ ਮਨੁੱਖ ਕੌਣ ਹੈ ਜਿਹੜਾ ਨਦੀ ਨੂੰ ਪਾਰ ਕਰਕੇ ਚਲਿਆ ਗਿਆ? ਉਡੀਕ ਕਰਦਾ ਕਿ ਜਦੋਂ ਵਾਪਸ ਆਵੇਗਾ ਮੈਂ ਪੁੱਛਾਂਗਾ ਜ਼ਰੂਰ। ਜਦੋਂ ਗੁਰੂ ਸਵਾਰੇ ਭਾਈ ਸਾਹਿਬ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਸਜਦਾ ਕਰਕੇ ਨਮਸਕਾਰ ਕਰਕੇ ਵਾਪਸ ਆਏ ਨੇ, ਅਤੇ ਉਸੇ ਤਰ੍ਹਾਂ ਘੋੜੇ ਨੂੰ ਵਾਪਸ ਲਿਆਣਾ ਕੀਤਾ, ਨਦੀ ਪਾਰ ਕੀਤੀ ਹੈ, ਅੱਖਾਂ ਨਾਲ ਦੇਖਿਆ। ਅਤੇ ਉਸ ਸਮੇਂ ਇਸ ਜਰਨੈਲ ਨੇ ਭਾਈ ਸਾਹਿਬ ਨੂੰ ਰੋਕਣਾ ਕੀਤਾ। ਕਹਿਣ ਲੱਗੇ ਤੁਸੀਂ ਕੌਣ ਹੋ? ਕਹਿਣ ਲੱਗੇ ਮੇਰਾ ਨਾਮ ਹੈ ਪਾਰੋ ਜੁਲਕਾ, ਮੈਨੂੰ ਮੇਰੇ ਗੁਰੂ ਨੇ ਉਪਾਧੀ ਦੇਣਾ ਕੀਤੀ ਹੈ। ਮੇਰੇ ਗੁਰੂ ਨੇ ਨਾਮ ਰੱਖਿਆ ਹੈ ਪਰਮਹੰਸ। ਪਰਮਹੰਸ ਦੇ ਨਾਮ ਨਾਲ ਮੈਨੂੰ ਜਾਣ। ਤੇਰਾ ਗੁਰੂ ਕੌਣ ਹੈ? ਮੇਰਾ ਗੁਰੂ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ। ਇਹ ਕਿਹੜੀ ਗੱਦੀ ਹੈ? ਕਹਿਣ ਲੱਗੇ ਇਹ ਗੱਦੀ ਹੈ ਗੁਰੂ ਨਾਨਕ ਦੀ ਗੱਦੀ। ਗੁਰੂ ਨਾਨਕ ਦੀ ਗੱਦੀ ਦੇ ਤੀਸਰੇ ਵਾਰਸ ਹਨ। ਕਹਿਣ ਲੱਗੇ ਤੈਨੂੰ ਇਹ ਨਦੀ ਨੇ ਡੋਬਿਆ ਨਹੀਂ, ਤੂੰ ਕਿਵੇਂ ਤਰ ਗਿਆ? ਕਹਿਣ ਲੱਗਿਆ ਬਸ ਮੈਨੂੰ ਤਾਂ ਪਤਾ ਨਹੀਂ, ਮੇਰੇ ਅੰਦਰ ਤਾਂ ਅਥਾਹ ਪ੍ਰੇਮ ਹੈ ਗੁਰੂ ਦੇ ਪ੍ਰਤੀ। ਮੇਰਾ ਨਿੱਤ ਦਾ ਨਿਯਮ ਬਣਿਆ ਹੋਇਆ ਏ ਕਿ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਨਾ, ਫਿਰ ਗੁਰੂ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨੇ, ਫਿਰ ਆਪਣੇ ਸੰਸਾਰੀ ਕਾਰ ਵਿਹਾਰ ਕਰਨੇ। ਮੈਂ ਤਾਂ ਆਪਣੇ ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇ ਰਿਹਾ। ਮੈਨੂੰ ਨਹੀਂ ਪਤਾ ਕਿ ਮੇਰਾ ਗੁਰੂ ਕਿਵੇਂ ਨਦੀ ਪਾਰ ਕਰਾਉਂਦਾ ਅਤੇ ਕਿਵੇਂ ਵਾਪਸ ਆਉਂਦਾ। ਫਿਰ ਨਿੱਤਾ ਪ੍ਰਤੀ ਮੈਂ ਇਸੇ ਤਰ੍ਹਾਂ ਲੰਘਦਾ ਹਾਂ। ਕਹਿਣ ਲੱਗਿਆ ਫਿਰ ਮੈਨੂੰ ਵੀ ਆਪਣੇ ਗੁਰੂ ਦੇ ਦੀਦਾਰ ਕਰਾਉਣਾ ਕਰ। ਅਤੇ ਗੁਰੂ ਸਵਾਰਿਓ ਉਹ ਜਿਹੜਾ ਜਰਨੈਲ ਸੀ ਉਹ ਵੀ ਫਿਰ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਿਆ। ਗੁਰੂ ਅਮਰਦਾਸ ਪਾਤਸ਼ਾਹ ਨੂੰ ਸਜਦਾ ਕੀਤਾ, ਨਮਸਕਾਰ ਕੀਤੀ, ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਸਿੱਖ ਬਣਿਆ। ਸੋ ਕਹਿਣ ਦਾ ਭਾਵ ਹੈ ਕਿ ਜਿਸ ਤਰ੍ਹਾਂ ਬਾਣੀ ਪੜ੍ਹਨ ਦੇ ਨਾਲ, ਸਿਮਰਨ ਕਰਨ ਦੇ ਨਾਲ ਜੀਵ ਪ੍ਰਤੱਖ ਤੌਰ 'ਤੇ ਜਿਹੜੀਆਂ ਨਦੀਆਂ ਨੇ, ਨਾਲੇ ਨੇ ਵੱਡੇ ਵੱਡੇ, ਉਹਨਾਂ ਤੋਂ ਤਰ ਸਕਦਾ ਹੈ, ਫਿਰ ਸੰਸਾਰ ਸਮੁੰਦਰ ਤੋਂ ਕਿਵੇਂ ਨਹੀਂ ਤਰ ਸਕਦਾ। ਅਤੇ ਗੱਲ ਤਾਂ ਸਤਿਗੁਰ ਦੀ ਬਾਣੀ ਨੂੰ ਆਪਣੇ ਮਨ 'ਚ ਵਸਾਉਣ ਦੀ ਹੈ। ਜਦੋਂ ਤੱਕ ਸਾਡਾ ਬਾਣੀ ਉੱਤੇ ਭਰੋਸਾ ਨਹੀਂ ਬਣਦਾ, ਵਿਸ਼ਵਾਸ ਨਹੀਂ ਬਣਦਾ, ਉਦੋਂ ਤੱਕ ਆਪਾਂ ਕਿਰਪਾ ਦੇ ਪਾਤਰ ਨਹੀਂ ਬਣਾਂਗੇ। ਕਿਰਪਾ ਸਾਡੇ ਉੱਤੇ ਉਦੋਂ ਹੋਣੀ ਹੈ ਜੇ ਗੁਰੂ ਨੇ ਆਖਿਆ ਸੁਣਿਆ ਸਰਾ ਗੁਣਾ ਕੇ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹ। ਗੁਰੂ ਨੇ ਆਖਿਆ ਕਿ ਬਾਕੀ ਜੇ ਨਾਮ ਸਿਮਰਨ ਪਰਮੇਸ਼ਰ ਦਾ ਜਸ ਸੁਣਾਂਗੇ, ਵਡਿਆਈ ਸੁਣਾਂਗੇ, ਅਤੇ ਤਰ ਜਾਵਾਂਗੇ, ਅਤੇ ਬਾਕੀ ਤਰਾਂਗੇ। ਭਰੋਸਾ ਹੋਣਾ ਚਾਹੀਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹ ਸਤਿਗੁਰ ਨੇ ਆਖਿਆ ਇਹ, ਤੇ ਬਾਕੀ ਤਰਾਂਗੇ ਗੁਰੂ ਸਵਾਰਿਓ। ਭਰੋਸਾ ਹੋਣਾ ਚਾਹੀਦਾ। ਆਪਾਂ ਪੜ੍ਹ ਲੈਂਦੇ ਹਾਂ ਅਤੇ ਪੜ੍ਹ ਕੇ ਭਰੋਸਾ ਨਹੀਂ ਕਰਦੇ। ਆਪਾਂ ਅਟੱਲ ਵਿਸ਼ਵਾਸ ਹੋਣਾ ਚਾਹੀਦਾ, ਕਿਉਂਕਿ ਇਹ ਗੁਰਬਾਣੀ ਆਮ ਮਨੁੱਖ ਨਾਲ ਲਿਖਣਾ ਨਹੀਂ ਕੀਤੀ। ਗੁਰਬਾਣੀ ਧੁਰੋਂ ਦਰਗਾਹੋਂ ਆਈ ਹੈ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ।
ਇਹ ਗੁਰੂ ਸਾਹਿਬਾਨ ਨੇ ਲਿਖਣਾ ਕੀਤੀ ਹੈ, ਲਿਖਾਈ ਹੈ ਭਾਈ ਗੁਰਦਾਸ ਨੇ ਲਿਖਾਰੀ ਲਾ ਕੇ। ਇਸ ਕਰਕੇ ਬਾਣੀ ਆਮ ਨਹੀਂ ਹੈ, ਬਾਣੀ ਸਤਿਗੁਰਾਂ ਦੀ ਗੁਰਬਾਣੀ ਹੈ, ਗੁਰਾਂ ਦੀ ਬਾਣੀ ਹੈ, ਨਿਰੰਕਾਰ ਦੀ ਬਾਣੀ ਹੈ। ਜਿੰਨਾ ਅਸੀਂ ਬਾਣੀ ਉੱਤੇ ਵਿਸ਼ਵਾਸ ਕਰਾਂਗੇ, ਭਰੋਸਾ ਕਰਾਂਗੇ, ਤੇ ਅਸੀਂ ਪਾਰ ਹੋ ਜਾਵਾਂਗੇ। ਜੇ ਸਾਡਾ ਵਿਸ਼ਵਾਸ ਉੱਠ ਗਿਆ ਤੇ ਆਪਾਂ ਡੁੱਬ ਜਾਵਾਂਗੇ। ਸੋ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ, ਨਿਰਮਲ ਬਾਣੀ। ਪਰਮਾਤਮਾ ਦੀ ਸਤਿਗੁਰ ਦੀ ਬਾਣੀ ਕੀ ਹੈ? ਨਿਰਮਲ, ਮੈਲ ਤੋਂ ਰਹਿਤ, ਬਿਲਕੁਲ ਸ਼ੁੱਧ। ਕੋ ਮਨ ਵਸਾਏ, ਕੋਈ ਇਹੋ ਜਿਹਾ ਜੀਵ ਹੈ ਜਿਹੜਾ ਕੋਈ ਇੱਕ ਅੱਧਾ ਹੀ ਹੈ ਜਿਹੜਾ ਆਪਣੇ ਮਨ ਵਿੱਚ ਸਤਿਗੁਰ ਦੀ ਨਿਰਮਲ ਬਾਣੀ ਨੂੰ ਵਸਾ ਲੈਂਦਾ ਹੈ। ਫਿਰ ਉਹਦੇ ਉੱਤੇ ਕੀ ਹੁੰਦਾ ਹੈ? ਪਾਤਸ਼ਾਹ ਕਹਿੰਦੇ ਨੇ, ਗੁਰ ਪ੍ਰਸਾਦੀ ਸਹਿਸਾ ਜਾਏ। ਉਹਦੇ ਉੱਤੇ ਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ, ਤੇ ਉਹਦੇ ਅੰਦਰ ਜਿਹੜਾ ਸਹਿਸਾ ਸਹਿਮ ਹੈ, ਇਹ ਸਹਿਮ ਕਹਿੰਦੇ ਚਲਿਆ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਗੁਰ ਕੈ ਭਾਣੈ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏਂਦਾ। ਫਿਰ ਉਹ ਪਿਆਰਾ ਦਿਨ ਰਾਤ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ। ਭਾਣਾ ਹੁਕਮ, ਰਜਾ, ਕਦੇ ਵੀ ਭਾਣੇ ਤੋਂ ਉਲਟ ਕਰਮ ਨਹੀਂ ਕਰਦਾ। ਦੁੱਖ ਆ ਗਿਆ, ਪ੍ਰਭੂ ਦਾ ਭਾਣਾ, ਸੁੱਖ ਆ ਗਿਆ, ਸੁੱਖ ਵੇਲੇ ਉਹ ਸ਼ੁਕਰਾਨਾ ਕਰਦਾ ਹੈ। ਕਦੇ ਵੀ ਆਪਣੇ ਪਿਆਰੇ ਨੂੰ ਵਿਸਾਰਦਾ ਨਹੀਂ ਹੈ, ਪਿਆਰੇ ਪ੍ਰਭੂ ਨੂੰ ਉਹ ਚੇਤੇ ਰੱਖਦਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਉਹ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਗੁਰੂ ਦੇ ਭਾਣੇ ਦਿਨ ਰਾਤ ਚੱਲਦੇ ਨੇ, ਭਾਣੇ ਤੋਂ ਉਲਟ ਕਰਮ ਨਹੀਂ ਕਰਦੇ। ਤੇ ਸਾਡੀ ਹਾਲਤ ਇਹੋ ਜਿਹੀ ਹੈ ਗੁਰੂ ਸਵਾਰਿਓ, ਮਾਫ ਕਰਨਾ, ਜੇ ਕਿਸੇ ਨੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਬੱਚਿਆਂ ਦਾ ਵੀਜ਼ਾ ਲੱਗ ਜਾਵੇ, ਵਿਦੇਸ਼ ਸਾਡੇ ਬੱਚੇ ਚਲੇ ਜਾਣ, ਮਾਨੋ ਉਹ ਜੇ ਸਤਿਗੁਰੂ ਨੂੰ ਨਹੀਂ ਭਾਇਆ, ਨਹੀਂ ਅਰਦਾਸ ਬੇਨਤੀ ਪ੍ਰਵਾਨ ਹੋਈ, ਤੇ ਆਪਾਂ ਗੁਰਦੁਆਰਾ ਸਾਹਿਬ ਆਉਣਾ ਛੱਡ ਦਿੰਦੇ ਹਾਂ, ਗੁਰੂ ਨੂੰ ਮੱਥਾ ਟੇਕਣਾ ਛੱਡ ਦਿੰਦੇ ਹਾਂ। ਜੇ ਪੁੱਛ ਲਈਏ ਭਾਈ ਗੁਰੂ ਘਰ ਕਿਉਂ ਨਹੀਂ ਆਉਂਦੇ, ਕਹਿਣ ਲੱਗੇ ਸਤਿਗੁਰ ਨੇ ਸਾਡੀ ਸੁਣੀ ਨਹੀਂ। ਕੀ ਮੰਗਿਆ ਸੀ? ਅਸੀਂ ਆਖਿਆ ਸੀ ਕਿ ਸਾਡੇ ਬੱਚਿਆਂ ਦਾ ਵਿਦੇਸ਼ ਦਾ ਵੀਜ਼ਾ ਲੱਗ ਜਾਵੇ, ਸਾਡੇ ਬੱਚੇ ਦਾ ਫਲਾਣਾ ਕਾਰਜ ਸੀ, ਉਹ ਰਾਸ ਨਹੀਂ ਹੋਇਆ। ਇਸ ਗੁਰੂ ਸਾਡੀ ਸੁਣਦੇ, ਆਪਾਂ ਗੁਰੂ ਤੋਂ ਕੀ ਲੈਣਾ? ਨਹੀਂ, ਗੁਰੂ ਸਵਾਰਿਓ, ਜਿੱਥੇ ਜਿੱਥੇ ਦਾਣਾ ਪਾਣੀ ਪਰਮਾਤਮਾ ਨੇ ਲਿਖਿਆ ਹੋਇਆ ਨਾ, ਉੱਥੇ ਉੱਥੇ ਆਪਾਂ ਚੁੱਕਣਾ ਹੈ। ਜੇ ਤੇਰੇ ਬੱਚੇ ਦਾ ਵੀਜ਼ਾ, ਬਸ ਇੰਨੀ ਗੱਲ ਪਿੱਛੇ ਤੂੰ ਗੁਰੂ ਨਾਲ ਨਾਰਾਜ਼ ਹੋ ਗਿਆ। ਉਹ ਗੁਰੂ ਹੈ ਜਿਸ ਗੁਰੂ ਨੇ ਆਪਣਾ ਸਭ ਕੁਝ ਕੁਰਬਾਨ ਕਰਤਾ ਸਾਡੇ ਲਈ। ਸਤਿਗੁਰੂ ਮਹਾਰਾਜ ਨੇ ਨੰਦਾਂ ਦੀ ਪੁਰੀ ਨੂੰ ਛੱਡਿਆ ਏ, ਕਿਹਦੇ ਲਈ? ਸਾਡੇ ਲਈ ਛੱਡਣਾ ਕੀਤਾ। ਆਪਣਾ ਸਰਬੰਸ ਵਾਰਿਆ, ਕਿਹਦੇ ਲਈ? ਸਾਡੇ ਲਈ। ਆਪਾਂ ਆਪਣੇ ਘਰਾਂ ਤੋਂ ਜਾਂਦੇ ਹਾਂ, ਵਿਦੇਸ਼ ਦੀ ਧਰਤੀ 'ਤੇ ਚਲੇ ਗਏ, ਸਾਲ 2 ਸਾਲ 5 ਸਾਲ ਲਾਏ, ਤੇ ਖਿੱਚ ਹੁੰਦੀ ਹੈ ਕਿ ਵਾਪਸ ਆਪਣੇ ਘਰ ਮੁੜ ਕੇ ਆਉਣਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ 1704 ਈਸਵੀ ਨੂੰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ, ਤੇ ਦੁਬਾਰਾ ਸਤਿਗੁਰੂ ਵਾਪਸ ਮੁੜ ਕੇ ਨਹੀਂ ਆਏ ਸਰੀਰਕ ਤੌਰ 'ਤੇ। ਹਾਲਾਂਕਿ ਆਤਮਿਕ ਤੌਰ 'ਤੇ ਪਾਤਸ਼ਾਹ ਉੱਥੇ ਨੇ, ਹਾਜ਼ਰ ਨਾਜ਼ਰ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਪਰ ਆਤਮਿਕ ਤੌਰ 'ਤੇ ਪਾਤਸ਼ਾਹ ਮਹਾਰਾਜ ਹਾਜ਼ਰ ਨੇ, ਪਰ ਸਰੀਰਕ ਤੌਰ 'ਤੇ ਸਤਿਗੁਰੂ ਮਹਾਰਾਜ ਨੇ ਇਹ ਅਨੰਦਪੁਰ ਸਾਹਿਬ ਨੂੰ ਛੱਡਿਆ। ਕਿਹਦਾ ਦਿਲ ਕਰਦਾ ਏ ਕਿ ਆਪਣੀ ਵਿਰਾਸਤ ਆਪਣੇ ਘਰ ਨੂੰ ਛੱਡ ਕੇ ਜਾਈਏ? ਕਿਸੇ ਦਾ ਦਿਲ ਨਹੀਂ ਕਰਦਾ। ਇੱਥੋਂ ਤੱਕ ਜਿਹੜੇ ਪੰਛੀ ਨੇ ਨਾ, ਪੰਛੀ ਵੀ ਆਪਣੇ ਆਲ੍ਹਣਾ ਪਾਉਂਦੇ ਨੇ, ਉਹ ਸਾਰਾ ਦਿਨ ਬਾਹਰ ਉਡਾਰੀ ਮਾਰਦੇ, ਚੋਗਾ ਚੁਗਦੇ ਨੇ, ਤੇ ਸੰਧਿਆ ਵੇਲੇ ਗੁਰੂ ਸਾਹਿਬ ਆਪਣੇ ਆਲ੍ਹਣਿਆਂ ਵਿੱਚ ਆ ਕੇ ਬੈਠ ਜਾਂਦੇ ਨੇ। ਆਲ੍ਹਣਾ 'ਚ ਬੈਠਦੇ ਨੇ ਕਿਉਂਕਿ ਉਹਨਾਂ ਦਾ ਆਪਣਾ ਘਰ ਹੈ, ਆਪਣਾ ਘਰ ਬਣਾਇਆ ਹੋਇਆ ਏ। ਸਮਾਂ ਯਾਦ ਕਰੋ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਆਪਣੇ ਹੱਥੀਂ ਘਰ ਤਿਆਰ ਕੀਤਾ ਸੀ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਬਹੁਤ ਸਾਰੇ ਗੁਰਦੁਆਰੇ ਨੇ, ਗੁਰੂ ਸਾਹਿਬਾਨ ਚੱਪੇ ਚੱਪੇ ਚਰਨ ਪਏ ਨੇ, ਉੱਥੇ ਇੱਕ ਅਸਥਾਨ ਐਸਾ ਵੀ ਹੈ ਜਿਹਨੂੰ ਆਪਾਂ ਗੁਰੂ ਕੇ ਮਹਿਲ ਦੇ ਨਾਮ ਨਾਲ ਜਾਣਦੇ ਹਾਂ, ਜਾਂ ਭੋਰਾ ਸਾਹਿਬ ਕਹਿ ਦਿੰਦੇ ਹਾਂ।
ਭੋਰਾ ਸਾਹਿਬ ਗੁਰੂ ਕੇ ਮਹਿਲ। ਇਤਿਹਾਸ ਦੱਸਦਾ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਰਿਹਾਇਸ਼ ਕੀਤੀ, ਇੱਥੇ ਰਿਹਾਇਸ਼ ਕੀਤੀ ਸੀ ਅਤੇ ਸਤਿਗੁਰੂ ਮਹਾਰਾਜ ਨੇ ਆਪਣੇ ਹੱਥੀਂ ਇਹ ਘਰ ਤਿਆਰ ਕਰਵਾਇਆ ਸੀ। ਅਤੇ ਉਹੀ ਘਰ ਹੈ, ਉਹੀ ਰਿਹਾਇਸ਼ ਹੈ ਜਿੱਥੇ ਕਸ਼ਮੀਰੀ ਪੰਡਤ ਵੀ ਚੱਲ ਕੇ ਆਏ ਸਨ, ਜਿਨ੍ਹਾਂ ਨੇ ਆਖਿਆ ਸੀ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ, ਆਪ ਜੀ ਕਿਰਪਾ ਕਰਕੇ ਸਾਡੇ ਧਰਮ ਦੀ ਰੱਖਿਆ ਕਰਨਾ ਕਰੋ। ਅਤੇ ਇੱਥੇ ਹੀ ਗੁਰਦੇਵ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਕਿ ਪਿਤਾ ਗੁਰੂ ਜੀ ਆਪ ਜੀ ਕਿਉਂ ਨਹੀਂ ਇਹਨਾਂ ਦੇ ਧਰਮ ਲਈ ਆਪਣੀ ਕੁਰਬਾਨੀ ਦੇ ਦਿੰਦੇ। ਉਹ ਅਸਥਾਨ ਕਹਿਣ ਦਾ ਭਾਵ ਹੈ ਕਿ ਘਰ ਬਣਾਇਆ ਪਾਤਸ਼ਾਹ ਨੇ ਬੜੇ ਚਾਅ ਦੇ ਨਾਲ, ਪਰ ਜੋ ਛੱਡਿਆ ਅਤੇ ਛੱਡਣ ਵੇਲੇ ਮਿੰਟ ਲਾਇਆ ਗੁਰੂ ਸਵਾਰਿਓ। ਸੇ ਇਸ ਕਰਕੇ ਜਿਸ ਗੁਰੂ ਨੇ ਸਾਡੇ ਲਈ ਇੰਨਾ ਕੁਝ ਕੀਤਾ ਏ, ਜੇ ਸਾਡਾ ਵੀਜ਼ਾ ਨਹੀਂ ਲੱਗਿਆ ਤੇ ਆਪਾਂ ਗੁਰੂ ਨਾਲ ਨਾਰਾਜ਼ ਹੋ ਗਏ, ਸਾਡਾ ਕਾਰਜ ਰਾਸ ਨਹੀਂ ਹੋਇਆ ਤੇ ਆਪਾਂ ਗੁਰੂ ਨੂੰ ਮੱਥਾ ਨਹੀਂ ਟੇਕਣਾ, ਕਿੱਥੋਂ ਦੀ ਇਹ ਸਿਆਣਪ ਹੈ। ਗੁਰੂ ਪਾਤਸ਼ਾਹ ਪਾਸੋਂ ਤਾਂ ਨਿਮਾਣੇ ਬਣ ਕੇ ਆਪਾਂ ਸਭ ਕੁਝ ਪ੍ਰਾਪਤ ਕਰ ਲਵਾਂਗੇ। ਜੇ ਮਾਣ ਕਰਾਂਗੇ, ਮਾਣ ਕਰਕੇ ਡੁੱਬ ਜਾਵਾਂਗੇ। ਇਸ ਕਰਕੇ ਨਿਮਰਤਾ ਮਨ ਵਿੱਚ ਧਾਰਨ ਕਰੀ, ਨਿਮਾਣੇ ਬਣੀਏ। ਜੋ ਨਿਮਾਣੇ ਬਣ ਕੇ ਆਪਾਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਅਤੇ ਸਤਿਗੁਰੂ ਅਰਦਾਸ ਜ਼ਰੂਰ ਪੂਰੀ ਕਰਨਗੇ। ਬਾਕੀ ਤਾਂ ਅਰਦਾਸ ਬੇਨਤੀ ਕੀਤੀ ਹੈ, ਕੋਈ ਨਾ ਕੋਈ ਤੇਰੇ ਵਿੱਚ ਕਮੀ ਰਹਿ ਗਈ ਹੋਵੇਗੀ। ਗੱਲ ਤਾਂ ਭਾਵਨਾ ਨੂੰ ਫਲ ਲੱਗਦਾ ਨਾ, ਜਦੋਂ ਦਰਖਤ ਨੂੰ ਫਲ ਲੱਗਦੇ, ਫਲ ਰਸ ਨਾਲ ਭਰ ਜਾਂਦੇ ਨੇ, ਫਿਰ ਉਹ ਟਾਹਣੀ ਜਿਹੜੇ ਝੁਕ ਜਾਂਦੀਆਂ ਨੇ, ਸ਼ਾਖਾਵਾਂ ਉਹ ਝੁਕ ਜਾਂਦੀਆਂ ਨੇ, ਰਸ ਵਾਲੀਆਂ ਝੁਕਦੀਆਂ, ਪਰ ਜਿਹੜੇ ਰਸ ਤੋਂ ਬਿਨਾਂ ਹੁੰਦੇ ਨੇ ਉਦੋਂ ਟਾਹਣੀਆਂ ਸਿੱਧੀਆਂ ਰਹਿੰਦੀਆਂ ਨੇ। ਜਦੋਂ ਤੱਕ ਝੁਕਦੀਆਂ ਨਹੀਂ ਉਦੋਂ ਤੱਕ ਰਸ ਨਹੀਂ ਪੈਦਾ ਹੁੰਦਾ। ਇਸੇ ਤਰ੍ਹਾਂ ਨਿਮਰਤਾ ਵਿੱਚ ਰਵਾਂਗੇ ਅਤੇ ਸਤਿਗੁਰੂ ਪਾਸ ਸਭ ਕੁਝ ਪ੍ਰਾਪਤ ਕਰ ਲਵਾਂਗੇ। ਜੇ ਮਨ 'ਚ ਹੰਕਾਰ ਕਰਾਂਗੇ ਫਿਰ ਗੁਰੂ ਸਰੇ ਭਾਣੇ ਤੋਂ ਉਲਟ ਆਪਣਾ ਜੀਵਨ ਬਤੀਤ ਕਰਾਂਗੇ ਅਤੇ ਸਤਿਗੁਰੂ ਮਹਾਰਾਜ ਦੀ ਸਾਨੂੰ ਖੁਸ਼ੀਆਂ ਨਸੀਬ ਨਹੀਂ ਹੋਣੀਆਂ ਜੇ। ਇਸ ਕਰਕੇ ਜਿਹੜਾ ਪ੍ਰਭੂ ਦਾ ਪਿਆਰਾ ਹੈ ਉਹ ਕਿਹੋ ਜਿਹਾ ਜੀਵਨ ਬਤੀਤ ਕਰਦਾ, ਕਹਿੰਦੇ ਨੇ ਗੁਰ ਕੈ ਭਾਣੇ, ਭਾਣਾ ਚੱਲੈ ਦਿਨ ਰਾਤੀ। ਗੁਰੂ ਦੇ ਭਾਣੇ ਵਿੱਚ ਦਿਨ ਰਾਤ ਚੱਲਦਾ ਹੈ। ਗੁਰ ਕੈ ਭਾਣਾ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏਂਦਾ। ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦਾ ਅਤੇ ਇਸ ਤਰ੍ਹਾਂ ਉਹ ਪਿਆਰਾ ਸੁਖ ਪਾਏਂਦਾ, ਸੁਖ ਪ੍ਰਾਪਤ ਕਰਦਾ ਹੈ। ਆਪ ਸਰਿੰਦਾ ਸੱਚਾ ਸੋਈ, ਆਪ ਉਪਾਏ ਖਪਾਏ ਸੋਈ। ਆਪ ਸਰਿੰਦਾ, ਸਰਿੰਦਾ ਦਾ ਅਰਥ ਹੈ ਸਿਰਜਣਹਾਰ, ਸਾਰੇ ਸੰਸਾਰ ਨੂੰ ਬਣਾਉਣ ਵਾਲਾ, ਸਿਰਜਣ ਵਾਲਾ। ਉਹ ਵਾਹਿਗੁਰੂ ਜਿਹੜਾ ਸੱਚਾ ਹੈ, ਉਹੀ ਮਾਲਕ ਇੱਕ ਹੈ ਜਿਹਨੇ ਸਾਰੇ ਸੰਸਾਰ ਨੂੰ ਬਣਾਉਣਾ ਕੀਤਾ। ਆਪ ਉਪਾਏ ਖਪਾਏ ਸੋਈ, ਆਪ ਹੀ ਜੀਵਾਂ ਨੂੰ ਉਪਾਏ ਪੈਦਾ ਕਰਦਾ। ਜੋ ਸਮਾਂ ਹੁੰਦਾ ਅਤੇ ਸਮੇਂ ਅਨੁਸਾਰ ਫਿਰ ਆਪ ਹੀ ਖਪਾ ਦਿੰਦਾ। ਭਾਵ ਮਾਰਨ ਵਾਲਾ ਵੀ ਆਪ ਹੈ ਅਤੇ ਜੀਵਾਲਣ ਵਾਲਾ ਵੀ ਆਪ ਹੈ। ਹੁਕਮ ਦੇ ਵਿੱਚ ਹੀ ਪੈਦਾ ਕਰਦਾ ਅਤੇ ਹੁਕਮ ਦੇ ਵਿੱਚ ਹੀ ਉਹ ਖਤਮ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਪਰਮਾਤਮਾ ਦੀ ਇਹ ਖੇਡ ਬਣਾਈ ਹੋਈ ਹੈ। ਗੁਰਮੁਖ ਹੋਵੈ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਂਦਾ। ਜਿਹੜੇ ਗੁਰਮੁਖ ਜਨ ਨੇ, ਜਿਹੜੇ ਗੁਰੂ ਦੇ ਸਨਮੁਖ ਹਨ, ਉਹ ਫਿਰ ਸਦਾ ਸਦੀਵੀ ਕਾਲ ਲਈ ਉਸ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ, ਵਡਿਆਈ ਕਰਦੇ ਹਨ। ਅਤੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਉਸ ਮਾਲਕ ਦੇ ਗੁਣ ਗਾਇਨ ਕਰਕੇ ਉਹ ਮਿਲ ਪ੍ਰੀਤਮ ਸੁਖ ਪਾਏ, ਮਿਲ ਸਾਚੇ ਸੁਖ ਪਾਏਂਦਾ। ਸੱਚੇ ਪਰਮੇਸ਼ਰ ਨਾਲ ਮਿਲ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ ਅਤੇ ਸਦੀਵੀ ਕਾਲ ਦਾ ਸੁੱਖ ਉਹ ਗੁਰਮੁਖ ਪਿਆਰੇ ਪਾਏਂਦਾ ਪ੍ਰਾਪਤ ਕਰ ਲੈਂਦੇ ਨੇ। ਹੁਣ ਗੱਲ ਤਾਂ ਉਸ ਮਾਲਕ ਨਾਲ ਇੱਕਮਿਕ ਹੋਣਾ। ਇੱਕਮਿਕ ਕਿਵੇਂ ਹੋਇਆ ਜਾਣਾ? ਜਦੋਂ ਸਾਡੇ ਹਿਰਦੇ ਅੰਦਰ
ਪ੍ਰਭੂ ਦੇ ਪ੍ਰਤੀ, ਸਤਿਗੁਰ ਦੇ ਪ੍ਰਤੀ ਹਿਰਦੇ ਅੰਦਰ ਪ੍ਰੇਮ ਪੈਦਾ ਹੋ ਗਿਆ। ਪ੍ਰੇਮ ਨਾਲ ਇੱਕ ਆਵਾਜ਼ ਮਾਰਨੀ ਘਰ ਦੇ ਵਿੱਚ, ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਆਵਾਜ਼ ਮਾਰਦੇ ਨੇ। ਬੱਚਾ ਗਲਤੀ ਕਰੇ, ਗਲਤ ਕੰਮ ਕਰਦਾ ਹੋਵੇ ਤੇ ਮਾਂ ਬਾਪ ਗੁੱਸੇ ਨਾਲ ਆਵਾਜ਼ ਮਾਰਦੇ ਨੇ, ਤਾੜਨਾ ਕਰਦੇ ਨੇ। ਬੱਚੇ ਸੁਣਦੇ ਜ਼ਰੂਰ ਨੇ, ਪਰ ਬੱਚਿਆਂ ਨੂੰ ਗੁੱਸਾ ਆਉਂਦਾ ਕਿ ਸਾਡੇ ਮਾਂ ਬਾਪ ਸਾਨੂੰ ਝਿੜਕ ਰਹੇ ਨੇ। ਉਹੀ ਮਾਂ ਬਾਪ ਜਦੋਂ ਪਿਆਰ ਨਾਲ ਆਖੇ, ਆਪਣੇ ਬੱਚੇ ਨੂੰ ਆਵਾਜ਼ ਮਾਰੀ ਪਿਆਰ ਦੇ ਨਾਲ, ਤੇ ਬੱਚਾ ਬੜੇ ਧਿਆਨ ਨਾਲ ਸੁਣਦਾ ਕਿ ਮੇਰੀ ਮੰਮੀ, ਮੇਰਾ ਡੈਡੀ ਮੈਨੂੰ ਆਵਾਜ਼ ਮਾਰ ਰਹੇ ਨੇ, ਬੜੇ ਧਿਆਨ ਨਾਲ ਸੁਣਦਾ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਦੀ ਖੁਸ਼ੀ ਲੈਣ ਦੇ ਲਈ ਸਾਨੂੰ ਧਿਆਨ ਦੀ ਲੋੜ ਹੈ। ਆਵਾਜ਼ ਮਾਰਨੀ ਹੈ ਪਿਆਰ ਦੇ ਨਾਲ। ਵਾਹਿਗੁਰੂ ਆਖਿਆ ਤੇ ਪਿਆਰ ਨਾਲ ਆਖਣਾ, ਵਾਹਿਗੁਰੂ ਵਾਹਿਗੁਰੂ। ਇਹ ਯਾਦ ਰੱਖਣਾ ਕਿ ਵਾਹਿਗੁਰੂ ਦੇ ਚਰਨਾਂ 'ਚ ਮੈਂ ਅਰਦਾਸ ਕਰ ਰਿਹਾ, ਮੈਂ ਉਹ ਕੋਲ ਬੈਠ ਕੇ ਸੁਣ ਰਿਹਾ ਏ, ਉਹ ਸੁਣ ਰਿਹਾ ਏ। ਜਦੋਂ ਇਸ ਤਰ੍ਹਾਂ ਆਵਾਜ਼ ਮਾਰਾਂਗੇ ਤੇ ਵਾਹਿਗੁਰੂ ਜ਼ਰੂਰ ਸੁਣੇਗਾ। ਜਿਵੇਂ ਕਹਿੰਦੇ ਇੱਕ ਆਜੜੀ ਜਿਹਦਾ ਨਾਂ ਕੋਈ ਮਾਤਾ ਪਿਤਾ ਹੈ, ਜੰਗਲ ਵਿੱਚ ਰਹਿੰਦਾ, ਟੁੱਟੀ ਹੋਈ ਛੱਪਰੀ ਹੈ, ਝੌਂਪੜੀ ਬਣਾਈ, ਉਹਦੇ 'ਚ ਜਾ ਕੇ ਗੁਜ਼ਾਰਨ ਕਰਦਾ ਹੈ। ਤੇ ਇੱਕ ਦਿਨ ਮਨ 'ਚ ਵਿਚਾਰ ਆਈ ਕਿ ਚਲੋ ਮੈਂ ਸ਼ਹਿਰ ਵਿੱਚ ਵਿਚਰ ਕੇ, ਸ਼ਹਿਰ ਹੈ ਕੀ ਹੈ। ਸ਼ਹਿਰ ਵਿੱਚ ਚਲਿਆ ਗਿਆ। ਸ਼ਹਿਰ ਵਿੱਚ ਵਿਚਰਦਿਆਂ ਬੱਚੇ ਦੇਖਣੇ, ਇੱਕ ਮਦਰਸਾ ਖੁੱਲ੍ਹਿਆ ਹੋਇਆ, ਕਾਜੀ ਬੱਚਿਆਂ ਨੂੰ ਪੜ੍ਹਾ ਰਿਹਾ ਤੇ ਬੱਚਿਆਂ ਨੂੰ ਕਹਿ ਰਿਹਾ ਹੈ ਕਿ ਖੁਦਾ ਲਾ ਮਕਾਮ ਹੈ। ਜਿਹੜਾ ਖੁਦਾ ਹੈ ਉਹ ਲਾ ਮਕਾਮ ਹੈ। ਤੇ ਮਨ 'ਚ ਸੋਚਦਾ ਕਿ ਮਨਾ ਖੁਦਾ ਲਵਾਰਸ ਹੈ। ਮਨਾ ਜਿਹੜੇ ਗੁਣ ਮੇਰੇ ਵਿੱਚ ਨੇ, ਜਿਹੋ ਜਿਹਾ ਮੈਂ ਹਾਂ ਉਹੋ ਜਿਹਾ ਤਾਂ ਖੁਦਾ ਹੈ। ਮੈਂ ਵੀ ਲਵਾਰਸ ਹਾਂ, ਮੇਰਾ ਵੀ ਕੋਈ ਮੁਕਾਮ ਨਹੀਂ, ਮੇਰਾ ਘਰ ਨਹੀਂ ਹੈ, ਟੁੱਟੀ ਹੋਈ ਛੱਪਰੀ ਮੇਰੀ ਹੈ। ਤੇ ਮੇਰੇ ਵੀ ਮਾਤਾ ਪਿਤਾ ਨੇ, ਖੁਦਾ ਦੇ ਵੀ ਮਾਤਾ ਪਿਤਾ ਨਹੀਂ ਹਨ। ਕਿਉਂਕਿ ਜੇ ਖੁਦਾ ਦੇ ਮਾਤਾ ਪਿਤਾ ਹੋਣ ਤਾਂ ਫਿਰ ਉਹ ਜੰਮਣ ਮਰਨ ਵਿੱਚ ਹੋ ਗਿਆ। ਤੇ ਸੋਚਦਾ ਕਿ ਜੇ ਖੁਦਾ ਵਿੱਚ, ਖੁਦਾ ਕੋਲ ਰਹਿਣ ਲਈ ਘਰ ਨਹੀਂ ਹੈ ਤੇ ਮੇਰੇ ਕੋਲ ਵੀ ਘਰ ਨਹੀਂ, ਮੈਂ ਜੰਗਲ ਵਿੱਚ ਰਹਿ ਰਿਹਾ ਹਾਂ। ਤੇ ਵਾਪਸ ਆ ਗਿਆ। ਵਾਪਸ ਆ ਕੇ ਖੁਦਾ ਨੂੰ ਚੇਤੇ ਕਰਕੇ ਨਾ ਇਸ ਤਰ੍ਹਾਂ ਬਾਰ-ਬਾਰ ਕਹਿ ਰਿਹਾ, ਖੁਦਾ ਲਾ ਮਕਾਮ ਹੈ, ਖੁਦਾ ਜਿਹੜਾ ਹੈ ਇਸ ਤਰ੍ਹਾਂ ਉਹਦਾ ਕੋਈ ਮਾਤਾ ਪਿਤਾ ਨਹੀਂ ਹੈ। ਕਹਿੰਦੇ ਮੂਸਾ ਪੈਗੰਬਰ ਜੀ ਕੋਲੋਂ ਲੰਘ ਰਹੇ ਸਨ। ਜਦ ਮੂਸਾ ਪੈਗੰਬਰ ਨੇ ਸੁਣਿਆ, ਕੰਨਾਂ ਵਿੱਚ ਆਵਾਜ਼ ਪੈ ਗਈ, ਖੁਦਾ ਨੂੰ ਕਹਿ ਰਿਹਾ ਕਿ ਐ ਖੁਦਾ, ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਤਾਂ ਪ੍ਰੇਮ ਨਾਲ ਕਹਿ ਰਿਹਾ ਸੀ ਕਿ ਕੋਈ ਗੱਲ ਨਹੀਂ, ਤੇਰੇ ਕੋਲ ਵੀ ਘਰ ਨਹੀਂ ਤੇ ਮੇਰੇ ਕੋਲ ਵੀ ਘਰ ਨਹੀਂ। ਹਾਂ, ਮੇਰੇ ਕੋਲ ਇਹ ਟੁੱਟੀ ਹੋਈ ਛੱਪਰੀ ਜ਼ਰੂਰ ਹੈ, ਇਹ ਛੱਪਰੀ ਵਿੱਚ ਮੈਂ ਰਹਿੰਦਾ ਹਾਂ। ਚੱਲ ਖੁਦਾ, ਆਪਾਂ ਦੋਨੇ ਇਕੱਠੇ ਰਹਿ ਲਿਆ ਕਰਾਂਗੇ। ਇੱਥੇ ਮੈਂ ਭੇਡਾਂ ਦਾ ਦੁੱਧ ਚੋਇਆ ਕਰਾਂਗਾ ਤੇ ਦੋਨੋਂ ਆਪਾਂ ਦੁੱਧ ਛਕ ਲਿਆ ਕਰਾਂਗੇ, ਤੂੰ ਮੇਰੇ ਕੋਲ ਆਉਣਾ ਕਰ। ਜਦੋਂ ਗੁਰੂ ਸਵਾਰੇ ਮੁਹੰਮਦ ਸਾਹਿਬ, ਜਿਹੜਾ ਮੂਸਾ ਪੈਗੰਬਰ ਨੇ ਇਹ ਜਦੋਂ ਸੁਣਨਾ ਕੀਤਾ, ਉਹਨੇ ਬੜੀ ਜ਼ੋਰ ਦੀ ਚਪੇੜ ਮਾਰਨਾ ਕੀਤੀ। ਕਹਿਣ ਲੱਗੇ, ਇਹੋ ਜਿਹੀ ਗੰਦੀ ਥਾਂ 'ਤੇ, ਨੀਚ ਥਾਂ 'ਤੇ ਖੁਦਾ ਆ ਕੇ ਕਿਹੋ ਜਿਹੇ ਖੁਦਾ ਲਈ ਬੋਲਦਾ ਹੈ। ਉਹ ਲੜਕਾ ਬੜਾ ਆਜੜੀ, ਬੜਾ ਹੈਰਾਨ ਹੋਇਆ। ਤੇ ਗੁਰੂ ਸਵਾਰਿਓ, ਜਿਸ ਪਹਾੜੀ ਉੱਤੇ ਬੈਠ ਕੇ ਮੂਸਾ ਜੀ ਕਹਿੰਦੇ ਨੇ ਉਸ ਮਾਲਕ ਦੀ, ਖੁਦਾ ਦੀ ਇਬਾਦਤ ਕਰਦੇ ਸਨ, ਅੱਜ ਇਬਾਦਤ ਕਰਨ ਲੱਗੇ ਤੇ ਅੱਜ ਮਨ ਨੂੰ ਟਿਕਾ ਨਹੀਂ ਆਇਆ, ਠਹਿਰਾ ਨਹੀਂ ਆਇਆ। ਮਨ ਭਟਕਣਾ ਦੇ ਵਿੱਚ ਬੜੀ ਕੋਸ਼ਿਸ਼ ਕੀਤੀ ਮਨ ਨੂੰ ਟਿਕਾਉਣ ਦੀ, ਤੇ ਅਖੀਰ ਤੇ ਫਿਰ ਸੋਚਦਾ ਜੇ ਮੇਰੇ ਤੋਂ ਕਿਹੜੀ ਗਲਤੀ ਹੋਈ ਹੈ। ਜਦੋਂ ਤੱਕ ਮੈਨੂੰ ਯਾਦ ਹੈ, ਮੈਂ ਆਪਣੇ ਜੀਵਨ 'ਚ ਕੋਈ ਇਹੋ ਜਿਹੀ ਗਲਤੀ ਨਹੀਂ ਕੀਤੀ ਜਿਹਦੇ ਰਾਹੀਂ ਮੇਰੀ ਖੁਦਾ ਨਾਲ ਬਿੱਥ ਬਣ ਜਾਵੇ।
ਫਿਰ ਸੁਰਤੀ ਕੇਂਦਰਿਤ ਕੀਤੀ। ਕੇਂਦਰਿਤ ਸੁਰਤੀ ਕਰਕੇ ਖੁਦਾ ਦੇ ਚਰਨਾਂ 'ਚ ਦੁਆ ਕੀਤੀ, ਅਰਦਾਸ ਕੀਤੀ ਕਿ ਜਾ ਖੁਦਾ ਹੁਣ ਤੂੰ ਹੀ ਦੱਸਣਾ ਕਰ ਮੇਰੇ ਤੋਂ ਕਿਹੜੀ ਗਲਤੀ ਹੋਈ ਹੈ, ਕਿਹੜਾ ਗੁਨਾਹ ਹੋਇਆ ਹੈ। ਅੱਜ ਮੈਂ ਤੇਰੀ ਇਬਾਦਤ ਕਰ ਰਿਹਾ ਹਾਂ, ਮੇਰਾ ਧਿਆਨ ਨਹੀਂ ਜੁੜ ਰਿਹਾ ਹੈ। ਕਹਿੰਦੇ ਖੁਦਾ ਨੇ ਆਵਾਜ਼ ਦਿੱਤੀ ਕਿ ਮੂਸੇ ਅੱਜ ਤੂੰ ਜੁੜੇ ਹੋਏ ਨੂੰ ਤੋੜਨਾ ਕੀਤਾ ਹੈ। ਅੱਜ ਜੁੜੇ ਹੋਏ ਨੂੰ ਤੋੜਨਾ ਕੀਤਾ ਹੈ। ਤੇਰੇ ਜੈਸੇ ਪੈਗੰਬਰਾਂ ਨੂੰ ਮੈਂ ਸੰਸਾਰ 'ਚ ਭੇਜਿਆ ਹੈ ਟੁੱਟਿਆਂ ਨੂੰ ਜੋੜਨ ਦੇ ਲਈ, ਪਰ ਤੈਂ ਅੱਜ ਉਲਟ ਕੰਮ ਕੀਤਾ ਹੈ। ਜਿਹੜਾ ਜੁੜਿਆ ਹੋਇਆ ਸੀ ਨਾ ਉਹਨੂੰ ਤੋੜ ਦਿੱਤਾ ਹੈ। ਕਹਿਣ ਲੱਗੇ ਜਿਸ ਆਜੜੀ ਦੇ ਮੁੱਖ ਉੱਤੇ ਲੜਕੇ ਦੇ ਮੁੱਖ ਉੱਤੇ ਤਾਂ ਚਪੇੜ ਮਾਰਨਾ ਕੀਤੀ ਹੈ, ਅਸਲ ਵਿੱਚ ਉਹ ਬੜੇ ਪਿਆਰ ਦੇ ਨਾਲ ਮੈਨੂੰ ਆਵਾਜ਼ ਮਾਰ ਰਿਹਾ ਸੀ, ਪਿਆਰ ਦੇ ਨਾਲ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਸੀ ਅਤੇ ਉਹਦੀਆਂ ਗੱਲਾਂ ਬਾਤਾਂ ਮੈਂ ਸੁਣਦਾ ਸੀ ਬੜੇ ਧਿਆਨ ਦੇ ਨਾਲ। ਆਵਾਜ਼ ਤਾਂ ਸਾਰੇ ਮੈਨੂੰ ਮਾਰਦੇ ਨੇ, ਸਾਰੇ ਚੇਤੇ ਕਰਦੇ ਨੇ, ਪਰ ਜਿਸ ਤਰੀਕੇ ਦੇ ਨਾਲ ਪ੍ਰੇਮ ਦੇ ਨਾਲ ਉਸ ਲੜਕੇ ਨੇ ਆਵਾਜ਼ ਮਾਰੀ ਹੈ, ਉਸ ਤਰੀਕੇ ਨਾਲ ਕੋਈ ਨਹੀਂ ਮਾਰਦਾ। ਫਿਰ ਖੁਦਾ ਜੀ ਹੁਣ ਮੇਰੇ 'ਤੇ ਬਖਸ਼ਿਸ਼ ਕਰੋ, ਮੇਰੇ ਤੋਂ ਵੱਡੀ ਗਲਤੀ ਗੁਨਾਹ ਹੋਇਆ, ਇਹ ਕਿਵੇਂ ਬਖਸ਼ੀ ਜਾਵੇਗੀ। ਕਹਿਣ ਲੱਗੇ ਉਸ ਲੜਕੇ ਨੂੰ ਲੜਕੇ ਪਾਸੋਂ ਖਿਮਾ ਮੰਗਣਾ ਕਰ ਜਾ ਕੇ, ਜੇ ਭਲਾ ਚਾਹੁੰਦਾ ਹੈ। ਫਿਰ ਖੁਦਾ ਮੂਸਾ ਪੈਗੰਬਰ ਗੁਰੂ ਕੋ ਵਾਪਸ ਗਿਆ, ਉਸ ਲੜਕੇ ਤੋਂ ਜਾਂ ਖਿਮਾ ਮੰਗਣਾ ਕੀਤੀ। ਸੋ ਕਹਿਣ ਦਾ ਬਾਬਾ ਗੱਲ ਤਾਂ ਪ੍ਰੇਮ ਦੀ ਹੈ ਨਾ। ਪ੍ਰੇਮ ਦੇ ਸਹਿਤ ਇਸ ਲੜਕੇ ਨੇ ਆਵਾਜ਼ੜੀ ਨੇ ਆਵਾਜ਼ ਮਾਰੀ ਅਤੇ ਪਰਮਾਤਮਾ ਦੇ ਚਰਨਾਂ 'ਚ ਉਹ ਫਰਿਆਦ ਪਹੁੰਚ ਗਈ ਅਤੇ ਖੁਦਾ ਸੁਣ ਰਿਹਾ ਸੀ। ਅਤੇ ਆਪਾਂ ਵੀ ਜਦੋਂ ਗੁਰੂ ਸਾਹਿਬਾਨ ਦੀ ਬਾਣੀ ਨੂੰ ਪ੍ਰੇਮ ਨਾਲ ਪੜ੍ਹਾਂਗੇ, ਮੁੱਖੋਂ ਵਾਹਿਗੁਰੂ ਵਾਹਿਗੁਰੂ ਪ੍ਰੇਮ ਨਾਲ ਆਖਾਂਗੇ, ਮੂਲ ਮੰਤਰ ਦਾ ਜਾਪ ਪ੍ਰੇਮ ਨਾਲ ਕਰਾਂਗੇ, ਸੇਵਾ ਸਿਮਰਨ ਪ੍ਰੇਮ ਨਾਲ ਕਰਾਂਗੇ, ਅਤੇ ਸਤਿਗੁਰੂ ਹੀ ਸਾਡੀ ਬੇਨਤੀ ਸੁਣ ਲੈਣਗੇ। ਗੱਲ ਤਾਂ ਸਾਰੀ ਖੇਡ ਪ੍ਰੇਮ ਦੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਹੋਵੈ ਸੋ ਸਦਾ ਸਲਾਏ। ਜਿਹੜੇ ਗੁਰਮੁਖ ਜਿਹੜੇ ਗੁਰਮੁਖ ਬਣ ਜਾਂਦੇ ਨੇ ਨਾ, ਉਸ ਦੀ ਵੀ ਕਾਲ ਲਈ ਉਸ ਪਰਮੇਸ਼ਰ ਨੂੰ ਸਲਾਹੁੰਦੇ ਹਨ। ਮਿਲ ਸਾਚੇ ਸੁਖ ਪਾਏਂਦਾ, ਸੱਚੇ ਪਰਮੇਸ਼ਰ ਨਾਲ ਮਿਲ ਜਾਂਦੇ ਨੇ। ਇਸ ਤਰ੍ਹਾਂ ਫਿਰ ਸਦੀਵੀ ਕਾਲ ਦਾ ਉਹ ਸੁੱਖ ਪਾਏਂਦਾ ਪ੍ਰਾਪਤ ਕਰ ਲੈਂਦੇ ਹਨ। ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ। ਹੁਣ ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜੀਵ ਅਨੇਕਾਂ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਦਾ ਹੈ ਤਾਂ ਕਿ ਮੇਰੇ ਅੰਦਰੋਂ ਜਿਹੜੀ ਕਾਮ ਵਾਸ਼ਨਾ ਖਤਮ ਹੋ ਜਾਵੇ, ਪਰ ਕਹਿੰਦੇ ਇਹਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ ਹੁੰਦਾ। ਜਿਹਦੇ ਉੱਤੇ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਨਾ, ਉਹੀ ਕੰਟਰੋਲ ਕਰ ਸਕਦਾ ਹੈ। ਅਤੇ ਇਹ ਕਹਿੰਦੇ ਬੱਸ ਦੇ ਵਿੱਚ ਦੇਖੋ, ਇਸੇ ਹੀ ਕਾਮ ਵਾਸ਼ਨਾ ਨੇ ਨਾਰਦ ਜੈਸਿਆਂ ਨੂੰ ਬਾਂਦਰ ਦੇ ਮੁੱਖ ਲਵਾ ਦਿੱਤੇ ਸਨ। ਹਿੰਦੂ ਮਤ ਦੇ ਜੋ ਗ੍ਰੰਥ ਪੜ੍ਹਦੇ ਨਾ ਆਪਾਂ, ਕਿ ਨਾਰਦ ਜੀ ਦੇ ਮਨ 'ਚ ਇੱਛਾ ਜ਼ਾਹਰ ਹੋਈ ਕਿ ਮੈਂ ਵੀ ਸ਼ਾਦੀ ਕਰਾਂ, ਅਤੇ ਫਿਰ ਇਹਨੂੰ ਮੁੱਖ ਲੱਗਿਆ ਜਦੋਂ ਇਹਦੇ ਬਾਂਦਰ ਦਾ ਮੁੱਖ ਪਰਮੇਸ਼ਰ ਨੇ ਲਾਉਣਾ ਕੀਤਾ। ਅਤੇ ਅੱਗੋਂ ਕਹਿੰਦੇ ਉਸ ਨਾਰਦ ਨੇ ਸ਼ਰਾਪ ਦੇਣਾ ਕੀਤਾ ਸੀ ਕਿ ਤੁਸੀਂ ਮੈਨੂੰ ਬਾਂਦਰ ਦਾ ਮੁੱਖ ਲਵਾਇਆ ਭਗਵਾਨ ਜੀ, ਮੈਂ ਤੁਹਾਡੇ ਕੋਲ ਸੁੰਦਰ ਸਰੂਪ ਬਣਾਉਣ ਲਈ ਆਇਆ ਸੀ, ਪਰ ਤੁਸੀਂ ਮੈਨੂੰ ਇਹ ਮੁੱਖ ਲਾਉਣਾ ਕੀਤਾ ਹੈ। ਸਮਾਂ ਆਵੇਗਾ ਇਸੇ ਹੀ ਬਾਨਰ ਸੈਨਾ ਦੀ ਤੁਹਾਨੂੰ ਲੋੜ ਪਵੇਗੀ। ਫਿਰ ਜਦੋਂ ਸ਼੍ਰੀ ਰਾਮ ਚੰਦਰ ਜੀ ਸੰਸਾਰ ਵਿੱਚ ਆਏ ਅਤੇ ਹਨੂਮਾਨ ਦੀ ਜਿਹੜੀ ਬਾਨਰ ਸੈਨਾ ਸੀ, ਜਦੋਂ ਲੰਕਾਪਤੀ ਰਾਜੇ ਨਾਲ ਯੁੱਧ ਹੋਇਆ ਅਤੇ ਉੱਥੇ ਗੁਰੂ ਸਰੇ ਉਸ ਸੈਨਾ ਦਾ ਇਸਤੇਮਾਲ ਕੀਤਾ ਗਿਆ। ਸੋ ਕਹਿਣ ਦਾ ਭਾਵ ਹੈ ਕਿ ਵੱਡਿਆਂ ਨੇ ਇਹ ਕਾਮ ਜਿਹੜਾ ਹੈ, ਕਾਮ ਸਵਾਏ ਗਜ ਬਸ ਭਰਿਓ ਮਨ ਬੋਰਾ ਰੇ ਅੰਕ ਸਹਿਓ ਸੀਸ, ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਅਤੇ ਸਤਿਗੁਰੂ ਕਹਿੰਦੇ ਅਨੇਕਾਂ ਜੀਵ ਕੋਸ਼ਿਸ਼ ਕਰਦੇ ਨੇ ਤਾਂ ਕਿ ਕਾਮ ਉੱਤੇ ਕੰਟਰੋਲ ਕੀਤਾ ਜਾਵੇ, ਕਾਮ ਵਾਸ਼ਨਾ ਖਤਮ ਕੀਤੀ ਜਾਵੇ, ਪਰ ਕਹਿੰਦੇ ਬੱਸ ਨਾ ਹੋਈ। ਅਤੇ ਬੱਸ ਵਿੱਚ ਨਹੀਂ ਹੁੰਦੀ ਹੈ ਕਾਮ ਕ੍ਰੋਧ ਜਲੈ ਸਭ ਕੋਈ। ਸਾਰਾ ਸੰਸਾਰ ਹੀ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਹੀ ਜਲ ਰਿਹਾ ਹੈ, ਸੜ ਰਿਹਾ ਹੈ।
ਸਤਿਗੁਰ ਸੇਵੇ ਮਨ ਵਸ ਆਵੈ। ਮਨ ਮਾਰੇ ਮਨਹਿ ਸਮਾਏਂਦਾ। ਸਤਿਗੁਰੂ ਜੀ ਬਚਨ ਕਰਦੇ, ਕਹਿੰਦੇ ਹਾਂ ਭਾਈ ਇੱਕ ਤਰੀਕਾ ਹੈ ਇਹਦੇ ਉੱਤੇ ਕੰਟਰੋਲ ਕਰਨ ਦਾ। ਬਲ ਤਾਂ ਮਨ ਨੂੰ ਸਮਝਾਉਣ ਦੀ ਗੱਲ ਹੈ ਨਾ। ਕਹਿੰਦੇ ਸਤਿਗੁਰੂ ਨੂੰ ਸੇਵਨਾ ਕਰ ਭਾਈ, ਸਤਿਗੁਰੂ ਨੂੰ ਚੇਤੇ ਕਰ। ਫਿਰ ਸਤਿਗੁਰ ਦੀ ਕਿਰਪਾ ਦੇ ਰਾਹੀਂ ਮਨ ਤੇਰਾ ਵਸ ਵਿੱਚ ਆਇਆ, ਕੰਟਰੋਲ ਵਿੱਚ ਹੋ ਜਾਵੇਗਾ। ਫਿਰ ਅਵਸਥਾ ਕੈਸੀ ਬਣੇਗੀ? ਤੇ ਮਨ ਮਾਰੇ ਮਨ ਹੈ ਸਮਾਏ ਦਾ। ਜਦੋਂ ਮਨ ਨੂੰ ਮਾਰ ਲਿਆ ਤੇ ਮਨ ਕਰਕੇ ਫਿਰ ਉਸ ਮਾਲਕ ਵਿੱਚ ਸਮਾਇਆ ਜਾ ਸਕਦਾ ਹੈ। ਗੱਲ ਤਾਂ ਮਨ ਦੇ ਫੁਰਨਿਆਂ ਨੂੰ ਮਾਰਨ ਦੀ ਹੈ। ਮਨ ਜਿਹੜਾ ਸਾਡਾ ਭਟਕਣਾ ਵਿੱਚ ਇੱਧਰ ਉਹ ਦੌੜਿਆ ਭੱਜਿਆ, ਜਦੋਂ ਮਨ ਕੰਟਰੋਲ ਵਿੱਚ ਆ ਗਿਆ ਤੇ ਉਦੋਂ ਮਨ ਨੂੰ ਅਸੀਂ ਉਸ ਮਾਲਕ ਨਾਲ, ਪ੍ਰਭੂ ਨਾਲ ਇੱਕਮਿਕ ਹੋਵੇ। ਤੇ ਪਰ ਗੁਰੂ ਸਵਾਰੇ ਮਨ ਵਸ ਵਿੱਚ ਕਦੋਂ ਆਉਂਦਾ ਹੈ? ਤੇ ਸਤਿਗੁਰੂ ਕਹਿੰਦੇ ਨੇ ਮਨ ਵਸ ਆਵੈ ਨਾਨਕਾ ਜਾਂ ਪੂਰਨ ਕਿਰਪਾ ਹੋਏ। ਜੇ ਉਸ ਮਾਲਕ ਦੀ ਪੂਰਨ ਕਿਰਪਾ ਹੁੰਦੀ ਨਾ, ਰਹਿਮਤ ਹੁੰਦੀ ਹੈ, ਤੇ ਉਦੋਂ ਫਿਰ ਗੁਰੂ ਸਵਾਰਿਓ ਇਹ ਮਨ ਸਾਡੇ ਵਸ ਵਿੱਚ ਆ ਸਕਦਾ ਹੈ। ਫਿਰ ਇਸ ਤਰ੍ਹਾਂ ਤੇ ਉਹ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ, ਮਨ ਮਾਰੇ ਮਨਹਿ ਸਮਾਏ। ਜਿਹੜਾ ਮਨ ਨੂੰ ਮਾਰ ਲੈਂਦੇ ਨੇ ਉਹ ਮਨ ਕਰਕੇ ਫਿਰ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਸਮਾਏ ਦਾ ਸਮਾ ਜਾਂਦੇ ਹਨ। ਮੇਰਾ ਤੇਰਾ ਤੁਧ ਆਪੇ ਕੀਆ, ਸਭ ਤੇਰੇ ਜੰਤ ਤੇਰੇ ਸਭ ਜੀਆ। ਸੰਸਾਰ ਦੇ ਵਿੱਚ ਮੇਰ ਤੇਰਾ। ਜੀਵ ਕਹਿੰਦਾ ਆ ਮੇਰ, ਆ ਮੇਰਾ, ਆ ਤੇਰਾ। ਸਾਰੀ ਜ਼ਿੰਦਗੀ ਮੇਰ ਤੇਰ ਕਰਦੇ ਨਿਕਲ ਜਾਂਦੀ ਹੈ। ਪਰ ਮੇਰ ਤੇਰ ਕਿਹਨੇ ਪੈਦਾ ਕੀਤੀ ਹੈ? ਤੇ ਗੁਰੂ ਪਾਤਸ਼ਾਹ ਕਹਿੰਦੇ ਤੁਧ ਆਪੇ ਕੀਆ। ਇਹ ਪਰਮੇਸ਼ਰ ਤੇ ਆਪ ਹੀ ਪੈਦਾ ਕੀਤੀ ਹੈ। ਤੂੰ ਹੀ ਜੀਵਾਂ ਨੂੰ ਮੇਰ ਤੇਰੇ 'ਚ ਲਾ ਦਿੱਤਾ। ਸਭ ਤੇਰੇ ਜੰਤ, ਜਿੰਨੇ ਵੀ ਜੀਵ ਨੇ ਇਹ ਤੇਰੇ ਨੇ। ਜੰਤੂ ਵੀ ਤੇਰੇ ਨੇ, ਜੀਵ ਵੀ ਤੇਰੇ ਨੇ। ਤੇਰੀ ਕਿਰਪਾ ਦੇ ਨਾਲ ਸਾਰੇ ਜੀ ਰਹੇ ਹਨ। ਤੂੰ ਹੀ ਸਾਰੀ ਇਹ ਖੇਡ ਬਣਾਈ ਹੋਈ ਹੈ। ਨਾਨਕ ਨਾਮ ਸੰਭਾਲ ਸਦਾ ਤੂੰ, ਗੁਰਮਤੀ ਮਨ ਵਸਾਏਂਦਾ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਨਾਮ ਸੰਭਾਲ ਸਦਾ ਤੂੰ। ਹੈ ਭਾਈ ਸਦੀਵੀ ਕਾਲ ਲਈ ਤੂੰ ਨਾਮ ਸੰਭਾਲਣਾ ਕਰ। ਨਾਮ ਨੂੰ ਚਿਪਾ ਸੰਭਾਲਣ ਤੋਂ ਬਾਅਦ ਨਾਮ ਜਪਣਾ ਕਰ, ਬੰਦਗੀ ਕਰ। ਗੁਰਮਤੀ ਮਨ ਵਸਾਏਂਦਾ। ਇਹ ਜਿਹੜਾ ਪਰਮੇਸ਼ਰ ਦਾ ਨਾਮ ਮਨ ਵਿੱਚ ਨਹੀਂ ਵਸਦਾ, ਇਹ ਕਿਵੇਂ ਵਸ ਸਕਦਾ ਹੈ? ਗੁਰਮਤਿ ਦੇ ਧਾਰਨੀ ਬਣ ਗਿਆ। ਗੁਰੂ ਦੀ ਮੱਤ ਅਨੁਸਾਰ ਜੀਵ ਆਪਣਾ ਜੀਵਨ ਬਤੀਤ ਕਰਨ ਲੱਗ ਪਿਆ। ਫਿਰ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਤੈਨੂੰ ਜੁਗਤੀ ਦੱਸਣੀ ਹੈ, ਜਿਹਦੇ ਰਾਹੀਂ ਤੇਰੇ ਮਨ ਵਿੱਚ ਇਹ ਪਰਮਾਤਮਾ ਦਾ ਨਾਮ ਵਸ ਜਾਵੇਗਾ। ਤੇ ਜਦੋਂ ਨਾਮ ਵਸ ਗਿਆ ਤੇ ਗੁਰੂ ਸਾਰੇ ਫਿਰ ਉਸ ਜੀਵ ਵਿੱਚ ਤੇ ਪਰਮੇਸ਼ਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਰਹਿੰਦਾ ਹੈ। ਉਹ ਜੀਵ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ, ਅਨੇਕ